पहले थिस्सलुनीयंस 5 अध्याय उसकी 23वां वचन हम पढ़ेंगे। शांति का परमेश्वर आपकी तुम्हें पूरी रीति से पवित्र करे और तुम्हारी आत्मा और प्राण और देह हमारे प्रभु यीशु मसीह के आने तक पूरे पूरे और निर्दोष सुरक्षित रहे। आमीन। हमारी शरीर, आत्मा, प्राण पूर्ण रीति से पवित्र रहना है और यीशु मसीह के आगमन तक हम निर्दोष रहना है। ਤੇ ਸਾਡੀ ਰੂਹ ਨੇ, ਸਾਡੇ ਜਿਸਮ ਨੇ ਤੇ ਸਾਡੇ ਜਾਨ ਨੇ ਪੂਰੀ ਤਰੀਕੇ ਨਾਲ ਪਵਿੱਤਰ ਅਤੇ ਸਾਫ਼ ਸੁਥਰੇ ਤੇ ਸ਼ੁੱਧ ਰਹਿਣਾ ਹੈ। ਯੀਸ਼ु मसीह ਦੇ ਆਉਣ ਤੱਕ ਅਸੀਂ निर्दोष रहना है और यीशु के आगमन तक पवित्र रहने के लिए खुदा की वचन हमें सिखाते हैं ताकि यीशु के आगमन में कलीसिया यहाँ से उठा लिया जाएंगे। ਤੇ ਯੀਸ਼ु ਮਸੀਹ ਦੀ ਆਮਦ ਤੱਕ ਪਵਿੱਤਰ ਅਤੇ ਪਾਕ ਅਤੇ ਸੁਰੱਖਿਅਤ ਅਤੇ निर्दोष ਰਹਿਣ ਦੇ ਬਾਰੇ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਤਾਂ ਕਿ ਪਰਮੇਸ਼ਰ ਦੀ ਪਵਿੱਤਰ ਕਲੀਸਿਆ ਪ੍ਰਭੂ ਦੇ ਨਾਲ ਉਠਾਈ ਜਾਵੇ। हमारे शरीर में 3 बात है, आत्मा, शरीर और प्राण। ਅਤੇ ਸਾਡੇ ਜੋ ਸਰੀਰ ਦੇ ਸਾਡੇ ਜਿਹੜੀ ਮਨੁੱਖਤਾ ਦੇ ਵਿੱਚ 3 ਚੀਜ਼ਾਂ ਦਾ ਮਨੁੱਖ ਬਣਿਆ ਹੋਇਆ ਹੈ, ਰੂਹ, ਜਿਸਮ ਤੇ ਜਾਨ ਦਾ। लेकिन जानवरों को दो है, शरीर है और प्राण है, आत्मा है नहीं। पर जानवरों के कोले शरीर है, जान है, पर उनका विच रूह नहीं है। लेकिन जानवर और मनुष्य से यही फर्क है, मनुष्य के अंदर परमेश्वर ने आत्मा दी है। ਅਤੇ ਮਨੁੱਖਾਂ ਦੇ ਵਿੱਚ ਤੇ ਜਾਨਵਰਾਂ ਦੇ ਵਿੱਚ ਇਹੀ ਇੱਕ ਵੱਡਾ ਅੰਤਰ ਹੈ ਕਿ ਪਰਮੇਸ਼ਰ ਨੇ ਮਨੁੱਖਾਂ ਦੇ ਅੰਦਰ रूह बख्शी है। लेकिन मनुष्य की आत्मा के साथ पवित्र आत्मा जब जुड़ जाते हैं या मनुष्य की आत्मा के साथ परमेश्वर के साथ संबंध हो जाते हैं, यीशु के साथ हमारा रिलेशन हो जाते हैं, तब हम पवित्रताई में जीवन बिता सकते हैं। ਅਤੇ ਮਨੁੱਖ ਦੀ ਆਤਮਾ ਦੇ ਅੰਦਰ ਜਦੋਂ ਪਵਿੱਤਰ ਆਤਮਾ ਦਾ ਇੱਕ ਰਿਸ਼ਤਾ ਬਣ ਜਾਂਦਾ ਹੈ, ਯੀਸ਼ੂ ਦੇ ਨਾਲ ਉਹਦਾ ਇੱਕ ਰਿਸ਼ਤਾ ਬਣ ਜਾਂਦਾ ਤੇ ਪਰਮੇਸ਼ਵਰ ਦੇ ਨਾਲ ਇੱਕ ਰਿਸ਼ਤਾ ਗੂੜਾ ਹੋ ਜਾਂਦਾ, ਉਸ ਵੇਲੇ ਅਸੀਂ ਉਹਦੀ ਪਵਿੱਤਰਤਾਈ ਦੇ ਵਿੱਚ ਪਵਿੱਤਰ ਆਤਮਾ ਦੇ ਨਾਲ ਭਰ ਜਾਂਦੇ ਹਾਂ। शरीर, आत्मा, प्राण कैसे पवित्रताई में हम संभाल सकते हैं? ਅਤੇ ਰੂਹ, ਜਿਸਮ, ਜਾਨ ਨੂੰ ਕਿਵੇਂ असर रहने के लिए हम बुराई की बदल हम ਕਿ ਜੇ ਸਾਡੇ ਰੂਹ, ਜਿਸਮ, ਜਾਨ ਨੇ ਪਵਿੱਤਰ, ਸਾਫ਼ ਸੁਥਰੇ, ਸ਼ੁੱਧ ਰਹਿਣਾ ਹੈ ਤਾਂ ਅਸੀਂ ਕਦੇ ਵੀ ਬੁਰਾਈ ਦੇ ਬਦਲੇ ਬੁਰਾਈ ਨਾ ਲਈਏ। संसार के लोग हमें बुराई करेंगे, ਦੁਨੀਆਦਾਰੀ ਦੇ ਲੋਕ ਸਾਨੂੰ ਬੁਰਾ ਭਲਾ ਕਰਨਗੇ। संसार के लोगों को काम ही बुराई है, ਇਹ ਲੋਕਾਂ ਦਾ ਕੰਮ ਹੀ ਬੁਰਾ ਕਰਨਾ ਹੈ क्योंकि संसार शैतान की कंट्रोल में है। ਕਿਉਂਕਿ ਦੁਨੀਆਦਾਰੀ ਸ਼ੈਤਾਨ ਦੇ ਕੰਟਰੋਲ ਦੇ ਵਿੱਚ लेकिन ਹੈ। परमेश्वर के लोग शैतान से और संसार से और शरीर से और शरीर की अभिलाषा से जय पाए भी लोग ਤੇ हैं। ਪਰ ਪਰਮੇਸ਼ਵਰ ਦੇ ਲੋਕ ਸਰੀਰ ਦੇ ਉੱਤੇ, ਦੁਨੀਆਦਾਰੀ, ਸ਼ੈਤਾਨ ਦੇ ਉੱਤੇ ਜਿੱਤ ਪਾਏ ਹੋਏ ਲੋਕ ਨੇ। और इस संसार से, संसार की लोगों के स्वभाव से हम अलग रहना जरूरी है। बुराई के बदल हम बुराई नहीं करना है। ਤੇ ਪਰ ਆਪਾਂ ਪ੍ਰਭੂ ਦੇ ਵਿੱਚ ਹੋਣ ਕਰਕੇ ਆਪਾਂ ਸਰੀਰ ਦੇ ਉੱਤੇ ਜਿੱਤ ਪਾਉਣੀ ਹੈ ਅਤੇ ਬੁਰਾਈ ਦੇ ਬਦਲੇ ਬੁਰਾਈ ਨਹੀਂ ਕਰਨੀ। ਦੁਨੀਆ ਦੇ ਵਿੱਚ ਰਹਿੰਦੇ ਹੋਏ ਵੀ ਆਪਾਂ ਬੁਰਾਈ ਦੇ ਬਦਲੇ ਬੁਰਾਈ ਨਹੀਂ ਕਰਨੀ ਹੈ। दाऊद कहते मैं बुराई को जानूंगा भी ਤੇ नहीं। ਦਾਊਦ ਕਹਿੰਦਾ ਮੈਂ ਬੁਰਾਈ ਬਾਰੇ ਜਾਣਾਗਾ ਵੀ ਨਹੀਂ। बुराई हमें गंदगी में और संसार के काम में पाप में ले जाते ਤੇ हैं। ਬੁਰਾਈ ਸਾਨੂੰ ਗੰਦਗੀ ਦੇ ਵਿੱਚ, ਦੁਨੀਆਦਾਰੀ ਦੇ ਕੰਮਾਂ 'ਚ ਤੇ ਪਾਪ ਦੇ ਵੱਲ ਖਿੱਚ ਲੈਂਦੀ इस ਹੈ। बुराई अपने मुंह से भी निकलते हैं, बुराई हमारा मन में भी है, बुराई हमारा सोच विचार में भी है, बुराई हमारी आंखों में, नजर में भी है, बुराई हमारे काम में भी है, चाल चलन में भी है। ਅਤੇ ਇਹ ਬੁਰਾਈ ਸਾਡੇ ਜੋ ਹਰ ਗੱਲ ਦੇ ਵਿੱਚ ਦਿਖਾਈ ਦਿੰਦੀ ਹੈ, ਸਾਡੇ ਮਨ ਦੇ ਵਿੱਚ ਵੀ ਹੈ, ਸਾਡੇ ਸੋਚ ਵਿਚਾਰਾਂ 'ਚ ਵੀ ਹੈ, ਸਾਡੇ ਅੱਖਾਂ ਦੇ ਵਿੱਚ ਵੀ ਹੈ ਅਤੇ ਸਾਡੇ ਅੰਦਰ ਵੀ ਹੈ। ਤੇ ਇਹ ਬੁਰਾਈ ਸਾਨੂੰ ਹਰ ਪਾਸੇ ਆਪਾਂ ਦੇਖ ਸਕਦੇ ਹਾਂ। खुदा की लोग या पवित्र कलीसिया इस बुराई से अलग रहने वाले हैं। ਅਤੇ ਪ੍ਰਭੂ ਦੇ ਲੋਕ ਜਾਂ ਪਰਮੇਸ਼ਰ ਦੀ ਪਾਕ ਸੰਗਤ ਇਹ ਬੁਰਾਈ ਤੋਂ ਵੱਖਰੇ ਰਹਿਣ ਵਾਲੇ ਨੇ। शरीर, आत्मा, प्राण हम पवित्रताई में संभालना कब तक है? यीशु के आगमन तक संभालना। ਤੇ ਆਪਦੀ ਰੂਹ ਨੂੰ, ਜਿਸਮ ਨੂੰ ਤੇ ਜਾਨ ਨੂੰ ਬੜੀ ਪਵਿੱਤਰਤਾਈ, ਸਾਫ਼ ਸੁਥਰੀ ਥਾਂ ਦੇ ਵਿੱਚ ਰੱਖਣਾ ਹੈ। ਕਦੋਂ ਤੱਕ ਬਣਾਏ ਰੱਖਣਾ ਪਵਿੱਤਰਤਾਈ ਦੇ ਵਿੱਚ? ਜਦੋਂ ਤੱਕ ਯੀਸ਼ੂ ਦੀ ਆਮਦ ਨਾ ਆ ਜਾਵੇ। वचन कहते बुराई के बदल हम बुराई ना ਤੇ करना। ਬਾਣੀ 'ਚ ਲਿਖਿਆ ਬੁਰਾਈ ਦਾ ਪਲਟਾ ਬੁਰਾਈ ਨਾਲ ਨਹੀਂ ਦੇਣਾ ਹੈ। लेकिन पुरानी नियम हम पढ़ते ਤੇ समय ਜਦੋਂ ਪੁਰਾਣੇ ਨਿਯਮਾਂ ਨੂੰ ਪੜ੍ਹਦੇ ਆ, आंखों की जगह पर आंखें हैं, ਹਾਂ ਜਿਹਦੇ ਅੱਖ ਫੋੜਨੀ ਉੱਥੇ ਅੱਖ ਹੈ, दांत की जगह पर दांत ਜੇ है, ਕਿਸੇ ਨੇ ਦੰਦ ਤੋੜਿਆ ਤਾਂ ਦੰਦ ਤੋੜਨਾ ਹੈ, मौत की जगह पर मौत ਜੇ है। ਕਤਲ ਕੀਤਾ ਤਾਂ ਕਤਲ ਕਰਨਾ इस ਹੈ। तरह बदल किया जाते थे, ਤਾਂ ਇਸੇ ਤਰ੍ਹਾਂ ਪਲਟਾ ਲਿਆ ਜਾਂਦਾ ਸੀ, इस तरह बदला लेते थे। ਇਸੇ ਤਰ੍ਹਾਂ ਪਲਟਾ ਲਿਆ ਜਾਂਦਾ ਸੀ। लेकिन जब ये नया नियम में यीशु हमें सिखाए,
पर ਜਦੋਂ ਨਵੇਂ ਨਿਯਮ ਦੇ ਵਿੱਚ ਯੀਸ਼ੂ ਨੇ ਸਾਨੂੰ ਸਿੱਖਿਆ ਦਿੱਤੀ दुश्मन से प्रेम करें। ਆਦੇ ਵੈਰੀ ਨੂੰ ਵੀ ਪਿਆਰ ਕਰੋ कि हमें यहाँ पे कोई छठ हमारे दूसरे भी दिखाए। ਤੇ ਜੇ ਸਾਡੀ ਇੱਕ ਗੱਲ ਤੇ ਕੋਈ ਚਪੇੜ ਮਾਰਦਾ ਤਾਂ ਦੂਜੀ ਵੀ ਅੱਗੇ ਕਰੋ यदि हमें कोई 1 किलोमीटर ले छोड़ने के लिए बताएगा तो 2 किलोमीटर ਤੇ छोड़े। ਜੇ ਕੋਈ ਸਾਨੂੰ ਕਹਿੰਦਾ ਮੈਨੂੰ 1 ਕਿਲੋਮੀਟਰ ਦੂਰ ਤੱਕ ਛੱਡ ਦੇ ਤਾਂ ਆਪਾਂ 2 ਕਿਲੋਮੀਟਰ ਦੂਰ ਤੱਕ ਛੱਡਣ ਲਈ ਤਿਆਰ ਰਹੀਏ यदि कोई हमारी कमीज ले जाना चाहते हैं, हमारा चादर भी उन्हें दे। ਅਤੇ ਜੇ ਸਾਡੀ ਕੋਈ ਸ਼ਰਟ ਸਾਡੇ ਤੋਂ ਲੈਣਾ ਚਾਹੁੰਦਾ ਕਮੀਜ਼ ਕੁੜਤਾ ਕੋਈ ਲੈਣਾ ਚਾਹੁੰਦਾ ਤਾਂ ਆਪਦੇ ਚਾਦਰ ਵੀ ਉਹਨੂੰ ਨਾਲ ਦੇ ਦਿਓ और ये भी लिखा है, यदि कोई आपसे उधार मांगेगा तो हम उससे 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 जितनी मांगते हैं उससे अधिक दे, ताकि उससे वापस लेने के लिए हम इच्छा ना रखें। ਅਤੇ ਬਾਣੀ ਦੇ ਵਿੱਚ ਇਹ ਵੀ ਲਿਖਿਆ ਜੇਕਰ ਤੁਹਾਡੇ ਤੋਂ ਕੋਈ ਉਧਾਰ ਮੰਗਦਾ ਉਹਨੂੰ ਮਨਾ ਨਾ ਕਰੋ ਅਤੇ ਤੁਸੀਂ ਵਾਪਸ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਦੇ ਨਾਲ ਨਾ ਦਿਓ लेकिन लोग इससे भला और इसकी फायदा ना ਤੇ उठाएं। ਲੋਕ ਇਹਦਾ ਕੋਈ ਫਾਇਦਾ ਮੁਨਾਫਾ ਨਾ ਚੱਕਣ हमें यीशु हमें इन बातें हमें सिखाते ਤੇ हैं। ਯੀਸ਼ੂ ਸਾਨੂੰ ਇਹ ਗੱਲਾਂ ਦੀ ਸਿੱਖਿਆ ਦਿੰਦੇ ਨੇ यहाँ पे लिखे बुराई की जगह पर हम बुराई ना करें। ਇੱਥੇ ਲਿਖਿਆ ਬੁਰਾਈ ਦਾ ਪਲਟਾ ਬੁਰਾਈ ਨਾਲ ਨਾ ਦਿਓ फिर क्या करना है? आगे लिखा है भलाई करना है। ਤੇ ਅੱਗੇ ਉੱਤੇ ਲਿਖਿਆ ਹੋਇਆ ਕਿ ਭਲਾਈ ਕਰਨੀ ਹੈ पढ़िए आगे। सावधान कोई किसी से बुराई के बदले बुराई ना करे पर सदा भलाई करने को तत्पर रहे सदा भलाई करने वाले हो। ਅਤੇ ਹਮੇਸ਼ਾ ਭਲਾਈ ਕਰਨ ਵਾਲੇ ਹੋਈਏ बुराई की जगह पर हम बुराई नहीं भलाई करने वाले ਤੇ हो। ਬੁਰੇ ਦੀ ਥਾਂ ਤੇ ਬੁਰਾ ਨਹੀਂ ਪਰ ਚੰਗਾ ਕਰਨ ਵਾਲੇ ਬਣੀਏ कोई भी तुम्हें कर्स करे, ਕੋਈ ਵੀ ਤੁਹਾਨੂੰ ਸ਼ਰਾਪਿਤ ਕਰੇ you should have to bless them। ਅਤੇ ਤੁਹਾਨੂੰ ਉਹਨਾਂ ਨੂੰ ਆਸ਼ੀਸ਼ਿਤ ਕਰਨਾ ਚਾਹੀਦਾ ਹੈ आप उन्हें bless करना है। ਤੁਹਾਨੂੰ ਉਹਨਾਂ ਨੂੰ ਆਸ਼ੀਸ਼ਿਤ ਕਰਨਾ ਚਾਹੀਦਾ यदि ਹੈ तुम्हें कोई गाली दे, ਜੇ ਤੁਹਾਨੂੰ ਕੋਈ ਗਾਲ ਕੱਢੇ उन्हें bless करना ਤੁਸੀਂ है। ਉਹਨਾਂ ਨੂੰ ਬਰਕਤ ਦਿਓ यदि तुम्हें कोई लूटना चाहते ਜੇ ਤੁਹਾਨੂੰ हैं ਕੋਈ ਠੱਗੀ ਮਾਰ ਕੇ ਲੁੱਟਣਾ ਚਾਹੁੰਦਾ ਹੈ और उन्हें दे। ਤਾਂ ਤੁਸੀਂ ਉਹਨਾਂ ਨੂੰ ਦਿਓ यदि आपकी बुराई कोई चाहते हैं, ਜੇਕਰ ਤੁਹਾਡਾ ਕੋਈ ਬੁਰਾ ਕਰਨਾ ਚਾਹੁੰਦਾ ਹੈ उनकी भलाई करें। ਤਾਂ ਤੁਸੀਂ ਉਹਨਾਂ ਲਈ ਚੰਗਾ ਕਰੋ तब याकूब की पत्री में लिखा उस शत्रु की सिर पे आग गिरा देते हैं। ਅਤੇ ਯਾਕੂਬ ਦੇ ਖੱਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਜਦੋਂ ਤੁਸੀਂ ਇਦਾਂ ਕਰਦੇ ਹੋ ਤਾਂ ਉਸ ਵੈਰੀ ਦੇ ਸਿਰ ਦੇ ਉੱਤੇ ਤੁਸੀਂ ਅੰਗਿਆਰਾਂ ਦਾ ਢੇਰ ਲਾਉਂਦੇ ਹੋ समझ लो आपके खिलाफ कोई बुराई करते ਤੇ हैं, ਮੰਨ ਲਓ ਕਿ ਤੁਹਾਡੇ ਵਿਰੋਧ 'ਚ ਕਿਸੇ ਨੇ ਬੁਰਾ ਕੀਤਾ आपने क्या करना है? ਤੁਸੀਂ ਕੀ ਕਰਨਾ एक लिफाफा में ਇੱਕ ਲਿਫਾਫੇ 'ਚ एक 10,000 रुपए डाल के 10,000 ਪਾ ਕੇ कोई गिफ्ट लेके आप उसको पकड़ाएं। ਤੇ ਉਹ ਤੋਹਫਾ ਲੈ ਕੇ ਉਹਨੂੰ ਦੇ ਦਿਓ उसकी मन में क्या आएगा? ਉਹਦੇ ਮਨ 'ਚ ਕੀ ਆਊਗਾ वो ये भाई, इस भाई को मैंने इस बहन को बुराई किया था, इसने मुझे 10,000 रुपए दिया। तब बाइबल कहते हैं उसके सिर पे आग आ जाते हैं। ਅਤੇ ਜਦੋਂ ਉਹ ਇਹ ਗੱਲ ਨੂੰ ਦੇਖੂਗਾ ਤੇ ਉਹਦੇ ਅੰਦਰ ਇੱਕ ਮਨ ਪਛਤਾਵਾ ਆਏਗਾ ਕਿ ਮੈਂ ਤਾਂ ਇਹਦਾ ਬੁਰਾ ਕਰਨਾ ਚਾਹਿਆ ਪਰ ਇਹਨੇ ਮੇਰੇ ਲਈ ਇੱਕ ਤੋਹਫਾ ਭੇਜਿਆ ਹੈ ਇਸ ਕਰਕੇ ਜਦੋਂ ਉਸ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਪਛਤਾਵਾ ਉਹ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਤੁਸੀਂ ਉਹਦੇ ਸਿਰ ਦੇ ਵਿੱਚ ਅੰਗਿਆਰਾਂ ਦਾ ਢੇਰ ਲਾਉਂਦੇ ਹੋ हमें पता है, समझ लो भाई जॉन मुझे गाली दी है, ਸਮਝੋ ਜੌਨ ਨੇ ਮੈਨੂੰ ਗਾਲ ਕੱਢਤੀ इसको क्या करना मैं? ਇਹਨੂੰ ਮੈਂ ਕੀ ਕਰਨਾ गाली वापस नहीं देना ਇਹਨੂੰ ਮੁੜ है। ਕੇ ਗਾਲ ਨਹੀਂ ਕੱਢਣੀ ਆ इसकी गर्दन पर हाथ डालना, ਤੇ ਇਹਦੇ ਗਰਦਨ ਦੇ ਉੱਤੇ ਹੱਥ ਪਾਣਾ आइसक्रीम पार्लर में ले जाना, ਤੇ ਇਹਨੂੰ ਆਈਸਕ੍ਰੀਮ ਪਾਰਲਰ ਤੇ ਲੈ ਕੇ पेट ਜਾਣਾ भर के इसको आइसक्रीम खिलाएं। ਢਿੱਡ ਭਰ ਕੇ ਆਈਸਕ੍ਰੀਮ तब ਖਵਾਏ इसकी सिर पे आग गिरा देते ਤਾਂ हैं। ਇਹਦੇ ਸਿਰ ਦੇ ਵਿੱਚ ਅੱਗ ਦਾ ਢੇਰ तो ਲੱਗਦਾ ਹੈ वचन कहते हैं ਬਾਣੀ 'ਚ ਲਿਖਿਆ ਹੈ बुराई की बदले हम बुराई ना ਤੇ करें, ਬੁਰਾ ਕਰਨ ਦੇ ਬਦਲੇ ਬੁਰਾ ਨਾ ਕਰੋ हम भलाई करने ਪਰ वाले ਅਸੀਂ हों। ਚੰਗਾ ਕਰਨ ਵਾਲੇ ਹੋਈਏ जब हम भलाई करने वाले ਜਦੋਂ हैं, ਅਸੀਂ ਭਲਾਈ ਕਰਨ ਵਾਲੇ ਆ जब हम ब्लस करने वाले हैं, ਜਦੋਂ ਅਸੀਂ ਬਰਕਤ ਦੇਣ ਵਾਲੇ ਆ तब हमारा शरीर, हमारी आत्मा, हमारी प्राण हम पवित्रताई में संभाल सकते हैं। ਤਾਂ ਉਸ ਵੇਲੇ ਅਸੀਂ ਆਪਣੇ ਰੂਹ ਨੂੰ ਜਿਸਮ ਨੂੰ ਤੇ ਜਾਨ ਨੂੰ ਬੜੇ ਪਵਿੱਤਰਤਾ ਤੇ ਸ਼ੁੱਧਤਾ ਦੇ ਵਿੱਚ ਰੱਖ ਸਕਦੇ ਹਾਂ शैतान अपना हथियार आपके खिलाफ फेंक ਤੇ देगा। ਸ਼ੈਤਾਨ ਆਪਣੇ ਹਥਿਆਰ ਤੁਹਾਡੇ ਵਿਰੋਧ ਦੇ ਵਿੱਚ ਸੁੱਟੇਗਾ किसी भी मनुष्य को शैतान इस्तेमाल करेगा, ਕਿਸੇ ਵੀ ਬੰਦੇ ਨੂੰ ਸ਼ੈਤਾਨ ਵਰਤੇਗਾ आपके घर के लोग इस्तेमाल करेंगे, ਤੁਹਾਡੇ ਟੱਬਰ ਦੇ ਲੋਕਾਂ ਨੂੰ ਵਰਤੇਗਾ आपके माता पिता को, ਤੁਹਾਡੇ ਮਾਪਿਆਂ ਨੂੰ भाई बहन ਭੈਣ को, ਭਰਾਵਾਂ ਨੂੰ रिश्तेदार को, ਰਿਸ਼ਤੇਦਾਰਾਂ ਨੂੰ आप जितनी सबसे ज्यादा प्रेम करने वाले ਜਿਹਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ उनको शैतान पहले पकड़ते हैं, ਉਹਨਾਂ ਨੂੰ ਸ਼ੈਤਾਨ ਪਹਿਲਾਂ ਫੜਦਾ ਹੈ क्योंकि आपको गिराए, ਕਿ ਤਾਂ ਕਿ ਤੁਹਾਨੂੰ ਸਿੱਟੇ आपके अंदर निराशा लाए, ਤੁਹਾਡੇ ਅੰਦਰ ਉਦਾਸੀ ਲੈ ਕੇ ਆਵੇ आपके अंदर शैतान को जगह पकड़े। तो इसलिए शैतान को पता है किसको पकड़ने से और आपको
अंदर शैतान बढ़ सकते हैं। ਅਤੇ ਤੁਹਾਡੇ ਅੰਦਰ ਇਸ ਤਰ੍ਹਾਂ ਦੀ ਨਿਰਾਸ਼ਾ ਲੈ ਕੇ ਆਉਣ ਦੇ ਲਈ ਤੇ ਉਹਨੂੰ ਪਤਾ ਹੈ ਕਿ ਕਿਹਨੂੰ ਮੈਂ ਫੜਾਂ ਤਾਂ ਕਿ ਤੁਹਾਨੂੰ ਮੈਂ ਸੁਣ ਸਕਾਂ। तो वचन कहते हैं ਬਾਣੀ 'ਚ ਲਿਖਿਆ ਹੈ हम शैतान की कामों को परखना जरूरी है। ਅਤੇ ਅਸੀਂ ਸ਼ੈਤਾਨ ਦੇ ਕੰਮਾਂ ਨੂੰ ਜਾਂਚਣਾ ਜ਼ਰੂਰੀ ਹੈ। ये बेटा अमन पिछले दिन मुझे बताएं, ਤੇ ਭਰਾ ਅਮਨ ਨੇ ਪਿਛਲੇ ਦਿਨ ਇੱਕ ਗੱਲ ਦੱਸੀ। पास्टर जी जहाँ मैं काम करते हैं ਪਾਸੀ ਜਿੱਥੇ ਮੈਂ ਕੰਮ ਕਰਦਾ के पास एक जगह है, एक होटल है, वहाँ पे गंदे काम करते हैं ਅਤੇ ਇੱਕ ਹੋਟਲ ਹੈ ਉੱਥੇ ਸਹੀ ਨਹੀਂ ਹੈ, ਉੱਥੇ ਕੰਮ ਗਲਤ ਹੁੰਦੇ ਨੇ। और मैं जाकर उनसे मना करूँगा भाई ये काम मत करना, तुम पाप कर रहे हो। ਅਤੇ ਇਹਨਾਂ ਨੇ ਕਿਹਾ ਕਿ ਮੈਂ ਜਾ ਕੇ ਉਹਨਾਂ ਨੂੰ ਸਮਝਾਵਾਂਗਾ ਕਿ ਤੁਸੀਂ ਇਹ ਕੰਮ ਗਲਤ कर रहे हो, ਇਹ पाप है। मैंने गलत बताया, तुम जाकर इस तरह बताएंगे तो तुम्हें घूटेंगे, पकड़ के मारेंगे। ਤੇ ਇਹਨਾਂ ਨੂੰ ਸਮਝਾਇਆ ਕਿ ਜੇ ਤੁਸੀਂ ਇਦਾਂ ਜਾ ਕੇ ਸਿੱਧਾ ਕਹੋਗੇ ਤਾਂ ਤੁਹਾਨੂੰ ਇਹਨਾਂ ਕੁੱਟ ਮਾਰ इनके ਕਰਨਗੇ। अंदर की जो सिंसियरिटी है और इसी कारण इसने इस तरह सोचा है। ਅਤੇ ਇਹਨਾਂ ਦੇ ਅੰਦਰ ਦੀ ਜਿਹੜੀ ਸੋਚ ਵਿਚਾਰ ਹੈ ਉਹਨਾਂ ਦੇ ਕਰਕੇ ਜੋ ਉਹ ਇਸ ਤਰ੍ਹਾਂ ਦੀ ਗੱਲ ਸੋਚੀ ਹੈ। मैंने बताया तुम जाकर उन्हें बताना ਤੇ है ਮੈਂ ਇਹਨਾਂ ਨੂੰ ਸਮਝਾਇਆ कि ਤੁਸੀਂ ਜਾ ਕੇ ਉਹਨਾਂ ਨੂੰ ਸਮਝਾਓ। यीशु मसीह तुम्हें प्रेम करते हैं। ਯਿਸੂ ਮਸੀਹ ਤੁਹਾਨੂੰ ਪਿਆਰ ਕਰਦਾ ਹੈ। यीशु पाप से छुटकारा देने ਯਿਸੂ वाले ਪਾਪ हैं। ਤੋਂ ਛੁਟਕਾਰਾ ਦੇਣ ਵਾਲਾ ਹੈ। यीशु पाप से बचाने वाले ਯਿਸੂ हैं। ਪਾਪ ਤੋਂ ਸ਼ਿਫਾ ਦੇਣ ਵਾਲਾ तुम ਹੈ। यीशु पर विश्वास करो, ਤੁਸੀਂ ਯਿਸੂ ਤੇ ਭਰੋਸਾ ਕਰੋ। यीशु की पवित्रताई में जीवन ਯਿਸੂ दिखाओ, ਦੀ ਪਵਿੱਤਰਤਾ ਦੀ ਜ਼ਿੰਦਗੀ ਵਿੱਚ यीशु ਜਿਓ। की पवित्रताई में रहो। ਯਿਸੂ ਦੀ ਪਵਿੱਤਰਤਾ ਵਿੱਚ ਰਹੋ। यीशु आपको शुद्ध करना चाहते हैं ਯਿਸੂ ਤੁਹਾਨੂੰ ਪਾਕ ਬਣਾਉਣਾ ਚਾਹੁੰਦਾ और ਹੈ। इस बातें बताने के लिए मैंने इसको बताया। ਇਸ ਤਰ੍ਹਾਂ ਦੀਆਂ ਗੱਲਾਂ ਆਖਣ ਦੇ ਲਈ ਇਹਨੂੰ ਸਮਝਾਇਆ ਗਿਆ। कई बार हम स्पिरिचुअली बहुत ज्यादा स्ट्रॉन्ग होते हुए और हमारे जो डिसीजन है और हमारे जो कई बार जो समर्पण है वो हम ज्यादा जंप करने के कारण हमारे जीवन में धोखा हो जाते ਅਤੇ हैं। ਆਤਮਿਕਤਾ ਦੇ ਵਿੱਚ ਬੜੋਤਰੀ ਕਰਨ ਦੇ ਕਰਕੇ ਤੇ ਕਈ ਵਾਰੀ ਸਾਡੇ ਫੈਸਲੇ ਜਾਂ ਕਈ ਵਾਰੀ ਸਾਡੀ ਸਮਝ ਜੋ ਹੈ ਜ਼ਿਆਦਾ ਜੋ ਹੌਸਲਾ ਵਧਣ ਦੇ ਕਰਕੇ ਅਸੀਂ ਧੋਖਾ ਖਾ ਲੈਂਦੇ ਹਾਂ। हम कि संसार के लोगों एकदम हम किसी को विश्वास में नहीं लेके आ ਤੇ पाएंगे। ਦੁਨੀਆਦਾਰੀ ਦੇ ਲੋਕਾਂ ਨੂੰ ਇੱਕੋ ਦਮ ਇਕੱਠੇ ਵਿਸ਼ਵਾਸ ਦੇ ਵਿੱਚ ਆਪਾਂ ਨਹੀਂ ਲਿਆ ਸਕਦੇ। हम इस संसार के लोगों को एकदम मसीह में नहीं लेकर आ ਤੇ पाएंगे। ਦੁਨੀਆਦਾਰੀ ਦੇ ਲੋਕਾਂ ਨੂੰ ਇੱਕੋ ਦਮ ਮਸੀਹ ਦੇ ਵਿੱਚ ਨਹੀਂ ਲਿਆ हम ਸਕਦੇ। एक एक करके हम मसीह में लेकर आ ਇੱਕ सकते ਇੱਕ हैं। ਕਰਕੇ ਆਪਾਂ ਉਹਨਾਂ ਨੂੰ ਮਸੀਹ ਦੇ ਵਿੱਚ ਲਿਆ ਸਕਦੇ ਹਾਂ। आज जब मेगा चर्च के विषय में पता करें, ਅੱਜ ਜੇ ਤੁਸੀਂ ਵੱਡੀ ਕਲੀਸਿया ਦੇ ਬਾਰੇ ਪਤਾ ਕਰੋ, इस कलीसिया में हजारों लाखों लोग हैं, ਜਿਨ੍ਹਾਂ ਦੀ ਸੰਗਤ 'ਚ ਹਜ਼ਾਰਾਂ ਲੱਖਾਂ ਦੀ ਭੀੜ ये ਹੈ, हजारों लाखों इकट्ठे नहीं आए, ਉਹ ਹਜ਼ਾਰਾਂ ਲੱਖ ਲੋਕ ਇੱਕੋ ਦਮ ਇਕੱਠੇ ਨਹੀਂ ਆ एक दिन ਗਏ। में एक लोग आए, ਇੱਕ ਦਿਨ 'ਚ ਇੱਕੋ ਹੀ ਆਇਆ, दूसरा दिन में दो लोग ਦੂਜੇ आए, ਦਿਨ 'ਚ ਦੋ ਹੋਏ, तीसरा दिन में एक व्यक्ति ਤੀਜੇ आए, ਦਿਨ 'ਚ ਫੇਰ ਇੱਕ ਆਇਆ, हफ्ते में एक व्यक्ति आए, ਹਫ਼ਤੇ 'ਚ ਇੱਕ ਆਇਆ, महीने में 20 लोग आए। ਮਹੀਨੇ 'ਚ 20 ਲੋਕ ਵਧੇ। इस तरह कलीसिया में आड़ हो गया है। ਇਸੇ ਤਰ੍ਹਾਂ ਸੰਗਤ ਦੇ ਵਿੱਚ ਉਹ ਵੱਧਦੇ ਗਏ। बाइबल कहते हैं, ਬਾਣੀ 'ਚ ਲਿਖਿਆ ਹੈ, फिर लोगों पत्र दूसरा अध्याय में पेंतिकुस्त के दिन के बाद प्रतिदिन कलीसिया में लोग आड़ होते रहे। ਅਤੇ ਬਾਈਬਲ ਦੇ ਵਿੱਚ ਲਿਖਿਆ ਰਸੂਲਾਂ ਦੇ ਕਿਤਾਬ 2 ਅਧਿਆਇ ਦੇ ਵਿੱਚ ਅੱਗੇ ਅੱਗੇ ਪੜ੍ਹਦੇ ਆ ਤਾਂ ਉਹਦੇ ਵਿੱਚ ਲਿਖਿਆ ਕਿ ਸੰਗਤ ਦੇ ਵਿੱਚ ਵਾਧਾ ਹੁੰਦਾ ਹੈ ਕਿ ਜਿਹੜੇ ਲੋਕ ਪ੍ਰਭੂ ਦੇ ਵਿੱਚ ਆਉਂਦੇ ਕਿ ਪਰਮੇਸ਼ਰ ਉਹਨਾਂ ਨੂੰ ਸੰਗਤ ਦੇ ਨਾਲ ਜੋੜਦਾ ਗਿਆ। बुराई की जगह पर बुराई करने से नहीं छुड़ेंगे। ਬੁਰਾਈ ਦੇ ਪਲਟਾ ਬੁਰਾਈ ਨਾਲ ਦੇਣ ਦੇ ਲਈ ਕੁਝ ਨਹੀਂ ਹੁੰਦਾ ਹੈ। बुराई की जगह पर भलाई करने से हम लोगों को जोड़ सकते हैं, जुड़ा सकते हैं, लोगों को आड़ कर सकते हैं। ਅਤੇ ਬੁਰਾਈ ਦੇ ਬਦਲੇ ਭਲਾਈ ਕਰਨ ਦੇ ਨਾਲ ਆਪਾਂ ਲੋਕਾਂ ਨੂੰ ਪ੍ਰਭੂ ਦੀ ਸੰਗਤ ਦੇ ਨਾਲ ਜੋੜ ਸਕਦੇ ਹਾਂ, ਆਪਣੀ ਸੰਗਤ ਦੇ ਵਿੱਚ ਵਾਧਾ ਕਰ ਸਕਦੇ ਹਾਂ। मुझे दुखी किया बहुत दुनिया है, ਮੈਨੂੰ ਤੰਗ ਕੀਤੇ ਬਥੇਰੇ ਲੋਕ ਨੇ। सबसे ज्यादा मसीह लोगों ने मुझे दुखी किया। ਸਭ ਤੋਂ ਜ਼ਿਆਦਾ ਮਸੀਹ ਲੋਕਾਂ ਨੇ ਹੀ ਮੈਨੂੰ ਦੁਖੀ इस ਕੀਤਾ। बठिंडे के आरएसएस लोग, बीजेपी लोग और शिवसेना लोग और बजरंग दल लोगों से बढ़कर यहाँ की मसीह लोग मुझे तंग किया है। ਅਤੇ ਇਸ ਬਠਿੰਡਾ ਦੇ ਵਿੱਚ ਜਿਹੜੀਆਂ ਮਸੀਹੀ ਵਿਰੋਧੀਆਂ ਸੰਸਥਾਵਾਂ ਨੇ ਉਹਨਾਂ ਤੋਂ ਵੱਧ ਕੇ ਮਸੀਹੀ ਲੋਕਾਂ ਨੇ ਮੈਨੂੰ ਦੁਖੀ ਕੀਤਾ ਹੈ। क्योंकि मसीह के अंदर ऐसे कंपटीशन आते हैं, दूसरी मसीह जो है उनकी शत्रु है। ਅਤੇ ਮਸੀਹੀ ਲੋਕਾਂ ਦੇ ਅੰਦਰ ਇੱਕ ਇਹੋ ਜਿਹੀ ਵਿਚਾਰਧਾਰਾ ਆਉਂਦੀ ਹੈ ਕਿ ਦੂਜੇ ਮਸੀਹ ਲੋਕ ਹੀ ਉਹਨਾਂ ਦੇ ਵਿਰੋਧੀ ਨੇ। क्योंकि बुराई के बदल पर बुराई नहीं करना, मैं उन्हें बुराई नहीं करता हूँ, मैं उनके लिए प्रार्थना करता हूँ, उन्हें ब्लेस करते हैं। ਅਤੇ ਬੁਰਾਈ ਦੇ ਬਦਲੇ ਮੈਂ ਬੁਰਾਈ ਦਾ ਪਲਟਾ ਨਹੀਂ ਲੈਂਦਾ ਤੇ ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ, ਦੁਆ ਕਰਦਾ ਤੇ ਉਹਨਾਂ ਨੂੰ ਮੈਂ ਆਸ਼ੀਸ਼ਿਤ ਕਰਦਾ। क्योंकि हम बुराई की बदल पर बुराई करने से मेरे शरीर, मेरे आत्मा, मेरे प्राण अशुद्ध हो जाते हैं। ਕਿਉਂਕਿ ਬੁਰਾਈ ਦਾ ਪਲਟਾ ਬੁਰਾਈ ਨਾਲ ਲੈਣ ਦੇ ਕਰਕੇ ਮੇਰੀ ਰੂਹ, ਜਿਸਮ, ਜਾਨ ਤਿੰਨੇ ਅਸ਼ੁੱਧ ਹੋ ਜਾਂਦੇ ਨੇ। आप इस बात को जानना जरूरी है। ਤੁਸੀਂ ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। बुराई की जगह पर क्या करना? ਬੁਰਾਈ ਦੇ ਬਦਲੇ ਕੀ ਕਰਨਾ? भलाई करना है। ਚੰਗਾ ਹੀ ਕਰਨਾ ਹੈ। नेक्स्ट पढ़िए। कोई किसी के बुराई के बदले बुराई ना करे पर सदा भलाई करने को तत्पर रहे। सदा भलाई करेगा। नेक्स्ट। आपस में और सबसे भी भलाई की चेष्टा करो,
सदा आनंदित रहो सदा आनंदित रहें। ਅਤੇ सदा हमेशा खुश रहो। नंबर 1 भलाई करें। ਪਹਿਲੀ ਗੱਲ ਤੁਸੀਂ ਭਲਾਈ ਕਰੋ। नंबर 2 आनंदित ਤੇ रहें। ਦੂਜੀ ਗੱਲ ਕਿ सदा खुश रहो। तुम खुश हो जाओ हमेशा खुश हो जब जाओ। शत्रु आपको अटैक करते हैं। ਜਦੋਂ ਵਿਰੋਧੀ ਤੁਹਾਡੇ ਤੇ ਹੱਲਾ ਬੋਲਦਾ ਹੈ तुम रोने लग ਤੁਸੀਂ जाएंगे। ਰੋਣ ਲੱਗ ਜਾਓਗੇ। शत्रु आपके ऊपर और प्रबल हो जाते हैं। ਵਿਰੋਧੀ ਤੁਹਾਡੇ ਤੇ ਹੋਰ ਵੀ ਤਾਕਤਵਰ ਬਣ ਜਾਂਦਾ जब ਹੈ। आपके जीवन में नुकसान आ जाते ਜੋ हैं ਤੁਹਾਡੀ ਜ਼ਿੰਦਗੀ 'ਚ ਨੁਕਸਾਨ ਆਉਂਦਾ आप ਹੈ रोना नहीं है। ਤੁਸੀਂ ਰੋਣ ਨਹੀਂ ਲੱਗਣਾ। जब आपको कोई बुराई करते ਜੋ हैं ਤੁਹਾਡੇ ਕੋਈ ਬੁਰਾ ਕਰਦਾ ਹੈ आपकी चेहरा नहीं बदलना है। ਤੁਹਾਡਾ ਮੂੰਹ ਨਾ ਬਦਲੇ। जब आपकी विरुद्ध दुष्ट कोई काम चलाते ਤੇ हैं ਜੋ ਤੁਹਾਡੇ ਵਿਰੋਧ ਦੇ ਵਿੱਚ ਵੈਰੀ ਕੋਈ ਕੰਮ ਚਲਾਉਂਦਾ ਹੈ आप क्या करना, आनंदित होना ਤੁਸੀਂ है। ਉਸ ਵੇਲੇ ਖੁਸ਼ ਹੋ ਜਾਣਾ ਹੈ। पौलुस हमें सिखाते हैं ਔਰ ਸਾਨੂੰ ਇਦਾਂ ਸਿੱਖਿਆ ਦਿੰਦਾ ਹੈ rejoice in the Lord always। ਪ੍ਰਭੂ ਦੇ ਵਿੱਚ ਹਮੇਸ਼ਾ ਖੁਸ਼ ਰਹੋ। Again I say ਦੁਆਰੇ ਮੈਂ ਕਹਿਣਾ rejoice in the Lord ਪ੍ਰਭੂ ਦੇ ਵਿੱਚ always। ਹਮੇਸ਼ਾ ਖੁਸ਼ ਰਹੋ Always you have to ਅਤੇ rejoice ਹਮੇਸ਼ਾ ਤੁਹਾਨੂੰ ਖੁਸ਼ ਰਹਿਣ ਦੀ ਲੋੜ ਹੈ because God wanted to live in you। ਕਿਉਂਕਿ ਪਰਮੇਸ਼ਰ ਤੁਹਾਡੇ ਅੰਦਰ ਵਸਣਾ ਚਾਹੁੰਦਾ God ਹੈ। always wanted to work in you। ਕਿਉਂਕਿ ਪਰਮੇਸ਼ਰ ਹਮੇਸ਼ਾ ਤੁਹਾਡੇ ਵਿੱਚ ਕੰਮ ਕਰਨਾ ਚਾਹੁੰਦਾ ਹੈ। God always wanted to work in you and through you God wanted to do the miracle। ਅਤੇ ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰਨਾ ਚਾਹੁੰਦਾ ਤੇ ਤੁਹਾਡੇ ਦੁਆਰਾ ਚਮਤਕਾਰ ਕਰਨਾ ਚਾਹੁੰਦਾ ਹੈ। If you are in discouraged, ਜੇਕਰ ਤੁਸੀਂ ਨਕਾਰਾਤਮਕ ਸੋਚਦੇ ਹੋ if you are in out of God, ਅਤੇ ਜੇ ਤੁਸੀਂ ਪ੍ਰਭੂ ਤੋਂ ਬਾਹਰ ਹੋ God cannot do anything in ਪਰਮੇਸ਼ਰ you। ਕੁਝ ਨਹੀਂ ਕਰ ਸਕਦਾ ਤੁਹਾਡੇ When 'ਚ। you live in ਜਦੋਂ God, ਤੁਸੀਂ ਪ੍ਰਭੂ ਦੇ ਵਿੱਚ when ਜੀਓਗੇ you rejoice in the Lord, ਜਦੋਂ ਪ੍ਰਭੂ ਦੇ ਵਿੱਚ ਤੁਸੀਂ ਖੁਸ਼ ਹੋ ਜਾਓਗੇ then God can do something miracle in ਤਾਂ your life। ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਕੋਈ ਚਮਤਕਾਰ तब ਕਰੇਗਾ। परमेश्वर आपके जीवन में something great काम ਤਾਂ करेंगे। ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਕੁਝ ਮਹਾਨ ਕੰਮ ਕਰੇਗਾ। परमेश्वर आपके जीवन में महान काम करने के ਪਰਮੇਸ਼ਰ लिए ਤੁਹਾਡੀ ਜ਼ਿੰਦਗੀ 'ਚ ਮਹਾਨ ਕੰਮ ਕਰਨ ਵਾਸਤੇ आप हमेशा आनंदित रहना ਤੇ है। ਤੁਸੀਂ ਹਮੇਸ਼ਾ ਖੁਸ਼ ਰਹਿਣਾ ਹੈ आप आनंदित खुश रहना ਤੇ है। ਤੁਸੀਂ ਸਦਾ ਖੁਸ਼ ਰਹਿਣਾ ਹੈ। एक भलाई करना ਪਹਿਲਾ है, ਭਲਾਈ ਕਰਨਾ ਹੈ, दूसरा खुश रहना ਦੂਜਾ है। ਖੁਸ਼ ਰਹਿਣਾ ਹੈ। क्यों हम खुश नहीं होते हैं? ਕਿਉਂ ਅਸੀਂ ਖੁਸ਼ ਨਹੀਂ ਰਹਿੰਦੇ यदि ਆ हमारा जेब खाली होते हैं, खुश नहीं ਤੇ होते। ਜੇ ਸਾਡੀ ਜੇਬ ਵਿਹਲੀ ਆ ਤਾਂ ਫਿਰ ਖੁਸ਼ ਨਹੀਂ यदि ਆ हमारे खिलाफ कुछ बोल देते हैं, हम खुश नहीं ਤੇ होते। ਜੇ ਸਾਡੇ ਵਿਰੋਧ 'ਚ ਕਿਸੇ ਨੇ ਕੁਝ ਬੋਲਦਾ ਆਪਾਂ ਉਦਾਸ ਹੋ ਜਾਂਦੇ ਆ। यदि हमें अच्छा सुविधा नहीं है तो खुश नहीं होता ਜੇ है। ਸਾਡੇ ਲਈ ਸੁਵਿਧਾਵਾਂ ਅੱਛੀਆਂ ਨੇ ਚੰਗੀਆਂ ਨਹੀਂ ਆ ਤਾਂ ਅਸੀਂ ਖੁਸ਼ ਨਹੀਂ ਆ। ये सब गैर कौम की पहचान है। ਇਹ ਸਾਰੀਆਂ ਗੈਰ ਕੌਮਾਂ ਦੀ ਪਹਿਚਾਣ ਹੈ। क्या खाएंगे, ਕੀ ਖਾਵਾਂਗੇ, क्या ਕੀ पिएंगे, ਪੀਵਾਂਗੇ, क्या ਕੀ पहनेंगे, ਪਾਵਾਂਗੇ, कहाँ ਕਿੱਥੇ रहेंगे। ਬਸਾਂਗੇ। इस चिंता में गैर कौम ਤੇ रहते हैं। ਇਹਨਾਂ ਫਿਕਰਾਂ ਦੇ ਵਿੱਚ अन्य ਜਾਤੀ ਲੋਕ ਰਹਿੰਦੇ लेकिन ਨੇ। परमेश्वर की लोगों की आशा यही ਪਰ है, ਪ੍ਰਭੂ ਦੇ ਲੋਕਾਂ ਦੀ ਉਮੀਦ ਅਤੇ ਆਸ ਇਹੀ we ਹੈ are not belong to this world। ਅਸੀਂ ਦੁਨੀਆਦਾਰੀ ਦੇ ਵਿੱਚ ਉਹ ਨਹੀਂ ਆ Our citizenship is in ਅਤੇ heaven। ਸਾਡੀ ਜਿਹੜੀ ਮੈਂਬਰਸ਼ਿਪ ਸਿਟੀਜ਼ਨਸ਼ਿਪ ਆ ਉਹ ਸਵਰਗ 'ਚ ਹੈ। ਅਸੀਂ ਸਵਰਗ ਜਾਣਾ ਹੈ। And this passage, the end of this passage says ਅਤੇ that ਅਖੀਰ ਦੇ ਵਿੱਚ ਇਸੇ ਲਿਖਿਆ ਹੋਇਆ ਹੈ up to the second coming of Jesus Christ to be holy। ਅਤੇ ਯੀਸ਼ੂ ਮਸੀਹ ਦੀ ਆਮਦ ਤੱਕ ਤੁਸੀਂ ਬੜੇ ਪਵਿੱਤਰ ਬਣੇ ਰਹੋ। Second coming of Jesus Christ, we should have to be holy। ਅਤੇ ਯੀਸ਼ੂ ਦੀ ਦੂਜੀ ਆਮਦ ਤੱਕ ਅਸੀਂ ਬਹੁਤ ਪਵਿੱਤਰ ਬਣ ਕੇ ਰਹਿਣਾ ਹੈ। यीशु की आगमन तक हम पवित्र ਯੀਸ਼ੂ ਦੀ रहेंगे। ਆਮਦ ਤੱਕ ਪਾਕ ਰਹਿਣਾ ਹੈ। That means यीशु आएंगे। ਇਹਦਾ ਭਾਵ ਯੀਸ਼ੂ ਮੁੜ ਕੇ ਆਊਗਾ। यीशु की आगमन के लिए ਯੀਸ਼ੂ ਦੀ ਆਮਦ ਵਾਸਤੇ पवित्र लोग इंतजार कर रहे ਪਾਕ हैं। ਲੋਕ ਅੱਜ ਵੀ ਉਡੀਕ ਕਰ ਰਹੇ इसलिए ਨੇ। इस धरती की सोच विचार नहीं, ਇਸ ਕਰਕੇ ਇਸ ਧਰਤੀ ਦੇ ਖਿਆਲ ਨਹੀਂ नाशवान वस्तु पर हमारा भरोसा नहीं, ਅਤੇ ਖਤਮ ਹੋਣ ਵਾਲੀਆਂ ਚੀਜ਼ਾਂ ਦੇ ਉੱਤੇ ਸਾਡਾ ਭਰੋਸਾ ਨਹੀਂ। नष्ट होने वाले चीजों पर हमारा भरोसा नहीं। ਨਾਸ਼ ਹੋਣ ਵਾਲੀਆਂ ਚੀਜ਼ਾਂ ਤੇ ਸਾਡਾ ਕੋਈ ਭਰੋਸਾ ਨਹੀਂ। बाइबल कहते हैं ਬਾਣੀ 'ਚ ਲਿਖਿਆ ਹੈ तुम्हारा धन संपत्ति कीड़ी ਅਤੇ खाएंगे। ਤੁਹਾਡਾ ਧਨ ਮਾਲ ਨੂੰ ਕੀੜਾ ਲੱਗ ਜਾਊਗਾ। यदि तुमने सोना जमा किया तो उसमें झिंग लग ਤੇ जाएगी। ਜੇ ਤੁਸੀਂ ਸੋਨਾ ਜਮਾ ਕਰਕੇ ਰੱਖਿਆ ਤਾਂ ਉਹਨੂੰ ਜੰਗਾਲ ਫੜੇਗੀ। यदि स्वर्ग के लिए तुम कुछ करोगे, ਜੇ ਸਵਰਗ ਵਾਸਤੇ ਕਰੋਗੇ केवल वही हमारा धन संपत्ति है। ਬਸ सिर्फ ਉਹੀ साडा धन माल है। इस धरती की धनवान लोग करोड़ों और अरबों पति मिलियनर रो रही हैं, उन्हें मालूम नहीं है आगे जनरेशन ये धन क्या करोगे। ਅਤੇ ਉਹ ਜਿਹੜੇ ਇਸ ਧਰਤੀ ਦੇ ਉੱਤੇ ਬੜੇ ਅਮੀਰ ਰਈਸ ਲੋਕ ਨੇ ਜਿਹੜੇ ਕਰੋੜਾਂ ਅਰਬਾਪਤੀ ਨੇ ਉਹ ਅੱਜ ਵੀ ਬੈਠ ਕੇ ਰੋ ਰਹੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਸਾਡੀ ਸੰਪत्ति ਦਾ ਸਾਡੇ ਜੋ ਆਉਣ ਵਾਲੀ ਪੀੜ੍ਹੀ ਕੀ ਕਰੇਗੀ। बाइबल कहते हैं दुष्ट को इस व्याकुल में रहते हैं और दुष्ट और धन की लालच में रहते हैं, वो धन को इकट्ठी करते हैं और
दूसरे के लिए छोड़ के चले जाते हैं, वो नहीं चाहते कौन अनुभव करेगा? That's what the Bible says. ਅਤੇ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਦੁਸ਼ਟ ਨਹੀਂ ਜਾਣਦੇ, ਉਹ ਧੰਨਮਾਲ ਜਿਹੜੇ ਧੰਨਮਾਲ ਦੇ ਲੋਭੀ ਨੇ ਉਹ ਧੰਨਮਾਲ ਇਕੱਠਾ ਕਰਦੇ ਰਹਿੰਦੇ ਨੇ, ਇਕੱਠਾ ਕਰਦੇ ਰਹਿੰਦੇ ਨੇ। ਇਹ ਵੀ ਨਹੀਂ ਪਤਾ ਕਿ ਸਾਡੇ ਮਰਨ ਤੋਂ ਬਾਅਦ ਉਹਨਾਂ ਨੂੰ ਕੌਣ ਇਸਤੇਮਾਲ ਕਰੂਗਾ, ਉਹ ਕਿਹਦੇ ਵਾਸਤੇ ਇਕੱਠਾ ਕਰਦੇ ਨੇ। ਇਸ ਤਰ੍ਹਾਂ ਬਾਈਬਲ 'ਚ ਲਿਖਿਆ। लेकिन एक परमेश्वर के बच्चे उनकी मालूम है मेरे धन स्वर्ग में है, मैं स्वर्ग के लिए, खुदा के लिए, परमेश्वर के लिए, स्वर्ग राज्य के लिए जो करेंगे वही है स्वर्ग में मेरा प्रतिफल है। पर जो प्रभु ਦੇ ਬੱਚੇ ਨੇ ਉਹ ਇਹ ਗੱਲ ਜਾਣਦੇ ਨੇ ਕਿ ਮੇਰਾ ਜਿਹੜਾ ਧੰਨਮਾਲ ਹੈ ਮੈਂ ਧਰਤੀ ਤੇ ਨਹੀਂ ਪਰ ਸਵਰਗ ਦੇ ਵਿੱਚ ਇਕੱਠਾ ਕਰਨਾ ਹੈ। ਇਸ ਕਰਕੇ ਜੋ ਕੁਝ ਵੀ ਮੈਂ ਧਰਤੀ ਉੱਤੇ ਕਰਦਾ ਉਹ ਸਿਰਫ ਪ੍ਰਭੂ ਦੇ ਵਾਸਤੇ ਕਰਾਂ ਤਾਂ ਕਿ ਮੇਰਾ ਧੰਨਮਾਲ ਉਸ ਥਾਂ ਦੇ ਵਿੱਚ ਜਮਾ ਹੁੰਦਾ ਰਹੇ। इस धरती की नाशवान वस्तु को इकट्ठे करने के लिए इच्छा में और भोज में और लालच में रहने वाले लोग कभी भी आनंदित नहीं रह सकते। ਜਿਹੜੀ ਧਰਤੀ ਦੇ ਵਿੱਚ ਖਤਮ ਹੋਣ ਵਾਲੀਆਂ ਚੀਜ਼ਾਂ ਦੇ ਮੰਗਰ ਲੱਗ ਕੇ ਉਹਨਾਂ ਨੂੰ ਇਕੱਠਾ ਕਰਨਾ, ਉਹਨਾਂ ਦੇ ਲੋਭੀ, ਉਹਨਾਂ ਦੇ ਲਾਲਚੀ ਬਣ ਕੇ ਤੇ ਇਕੱਠਾ ਕਰਨ ਵਾਲੇ ਲੋਕ ਕਦੇ ਵੀ ਖੁਸ਼ ਨਹੀਂ ਰਹਿ ਸਕਦੇ। नंबर 1, बुराई के बदले बुराई नहीं करना। ਪਹਿਲੀ ਗੱਲ ਬੁਰਾਈ ਦੇ ਬਦਲੇ ਬੁਰਾਈ ਨਹੀਂ ਕਰਨੀ। दूसरी बात, सेकंड पॉइंट, हम निरंतर आनंदित रहे। ਅਤੇ ਦੂਜਾ ਜਿਹੜਾ ਬਿੰਦੂ ਇਹੀ ਹੈ ਕਿ ਸਦਾ ਅਸੀਂ ਖੁਸ਼ ਰਹੀਏ, हमेशा खुश में रहे। सदा ਅਸੀਂ आनंदित रहिए। यदि आप भूखे रहेगा तो भी आप आनंदित रहना, क्योंकि आपकी जो है जिम्मेदारी परमेश्वर का है। ਤੇ ਜੇ ਤੁਸੀਂ ਭੁੱਖੇ ਰਹਿਣਾ ਤਾਂ ਵੀ ਤੁਸੀਂ ਬੜੇ ਖੁਸ਼ ਰਹੋਗੇ ਕਿਉਂਕਿ ਤੁਹਾਡਾ ਜ਼ਿੰਮੇਵਾਰ ਤੁਹਾਡਾ ਪਰਮੇਸ਼ਵਰ ਹੈ। आपका घर नहीं है तो भी आप आनंदित रहना, लेकिन आपकी घर देने की जिम्मेदारी प्रभु का है। ਜੇ ਤੁਹਾਡੇ ਕੋਲੇ ਘਰ ਨਹੀਂ ਹੈ ਤਾਂ ਵੀ ਤੁਸੀਂ ਬੜੇ ਖੁਸ਼ ਰਹਿਣਾ ਕਿਉਂਕਿ ਘਰ ਦੇਣ ਦੀ ਜ਼ਿੰਮੇਵਾਰੀ ਪਰਮੇਸ਼ਵਰ ਦੀ ਹੈ। आपको अच्छा सुविधा नहीं है, गाड़ी नहीं है तो भी आप आनंदित रहना, क्योंकि उसकी जिम्मेदारी प्रभु का ਤੇ है। ਜੇ ਤੁਹਾਡੇ ਕੋਲੇ ਚੰਗੀਆਂ ਸਹੂਲਤਾਂ ਨਹੀਂ ਹੈ, ਗੱਡੀ ਨਹੀਂ ਹੈ ਤਾਂ ਵੀ ਤੁਸੀਂ ਉਦਾਸ ਨਹੀਂ ਹੋਣਾ, ਖੁਸ਼ ਰਹਿਣਾ ਕਿਉਂਕਿ ਉਹਦੀ ਜ਼ਿੰਮੇਵਾਰੀ ਪਰਮੇਸ਼ਵਰ ਦੀ ਹੈ। इस संसार के लोगों के पास बहुत कुछ है, ਦੁਨੀਆਦਾਰੀ ਦੇ ਲੋਕਾਂ ਕੋਲੇ ਬਹੁਤ ਕੁਝ ਨੇ, कुछ भी लेके नहीं जाएंगे, ਉਹ ਨਾਲ ਕੁਝ ਵੀ ਨਹੀਂ ਲੈ ਕੇ ਜਾਣਾ, सब कुछ छोड़ के ਸਭ जाएंगे। ਇੱਥੇ ਛੱਡ ਕੇ ਜਾਣਗੇ। क्या बाइबल कहते हैं इस धरती भी आग के लिए रखा हुआ, फसल करने के लिए रखा हुआ है। ਇਥੋਂ ਤੱਕ ਕਿ ਬਾਣੀ ਦੇ ਵਿੱਚ ਇਹ ਵੀ ਲਿਖਿਆ ਜਿਹੜੀ ਇਹ ਧਰਤੀ ਹੈ ਇਹ ਅੱਗ ਦੇ ਵਿੱਚ ਮੰਨਣ ਵਾਸਤੇ ਰੱਖੀ ਹੋਈ ਹੈ। दूसरी वर्ल्ड वॉर ने प्रूव किया, आगे एक वर्ल्ड वॉर आ गया तो एक भी मनुष्य, एक भी जीव जंतु इस धरती पर नहीं जिंदा रहे। ਅਤੇ ਜਿਹੜਾ ਦੂਸਰਾ ਮਹਾਯੁੱਧ ਲੱਗਿਆ ਸੀ ਉਹਨੇ ਇਹ ਗੱਲ ਦਾ ਸਬੂਤ ਦਿੱਤਾ ਕਿ ਜੇ ਤੀਸਰਾ ਮਹਾਯੁੱਧ ਲੱਗ ਗਿਆ ਤਾਂ ਇਸ ਧਰਤੀ ਉੱਤੇ ਕੁਝ ਵੀ ਨਹੀਂ, ਨਾ ਕੋਈ ਜੀਵ ਜੰਤੂ, ਨਾ ਕੋਈ ਮਨੁੱਖ, ਕੁਝ ਵੀ ਨਹੀਂ ਬਚੇਗਾ। अब इस्राएल के खिलाफ सारे मुसलमान कंट्री खिलाफ आ रहे हैं। ਅਤੇ ਹੁਣ ਇਜ਼ਰਾਈਲ ਦੇ ਵਿਰੋਧ ਦੇ ਵਿੱਚ ਜੋ ਆਲੇ ਦੁਆਲੇ ਦੀ ਮੁਸਲਮਾਨ ਜਿੰਨੇ ਵੀ ਦੇਸ਼ ਨੇ ਉਹਦੇ ਵਿਰੋਧ ਚ ਆ ਰਹੇ ਨੇ। पिछले दिन में आपने देखा इस्राएल के खिलाफ फालस्तीन देश ने और युद्ध और लड़ाई किया है। ਅਤੇ ਪਿਛਲੇ ਦਿਨ ਤੁਸੀਂ ਦੇਖਿਆ ਇਜ਼ਰਾਈਲ ਦੇਸ਼ ਦੇ ਵਿਰੋਧ ਦੇ ਵਿੱਚ ਫਲਸਤੀ ਦੇਸ਼ ਨੇ ਜੋ ਬੜਾ ਯੁੱਧ ਅਤੇ ਲੜਾਈਆਂ ਕੀਤੀਆਂ। लेकिन इस्राएल की कुछ भी नहीं कर ਪਰ पाए, ਇਜ਼ਰਾਈਲ ਦਾ ਕੁਝ ਵੀ ਨਹੀਂ ਵਿਗਾੜ क्योंकि ਪਾਏ इस्राएल के लोग परमेश्वर के लोग ਕਿਉਂਕਿ हैं। ਇਜ਼ਰਾਈਲੀ ਪਰਮੇਸ਼ਰ ਦੇ ਲੋਕ ਨੇ। और बाइबल कहते हैं इस्राएल जब युद्ध करेंगे यहोवा युद्ध करते हैं। ਅਤੇ ਬਾਣੀ 'ਚ ਲਿਖਿਆ ਜਦੋਂ ਇਜ਼ਰਾਈਲ ਲੜਦਾ ਤਾਂ ਉਹ ਇਜ਼ਰਾਈਲੀ ਪਰਮੇਸ਼ਰ ਖੁਦ ਲੜਦਾ ਹੈ। कई साल पहले 64 में इस्राएल के साथ और कई राज्य देशों ने युद्ध किया, उस युद्ध में इस्राएल जीत गया है। ਅਤੇ ਕਈ ਬਾਰੇ ਪਹਿਲਾਂ 1964 ਦੇ ਵਿੱਚ ਜਦੋਂ ਉਹ ਇਜ਼ਰਾਈਲ ਦੇ ਵਿਰੋਧ 'ਚ ਕਈ ਦੇਸ਼ਾਂ ਨੇ ਮਿਲ ਕੇ ਯੁੱਧ ਕਰਨ ਦੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਵੀ ਉਹ ਜਿੱਤ ਗਏ ਸੀ ਇਜ਼ਰਾਈਲੀ ਲੋਕ। जितने लोग हमारे पंजाब में रहते हैं इतना लोग भी इस्राएल में नहीं है। ਇਜ਼ਰਾਈਲ ਦੇ ਵਿੱਚ ਜਿੰਨੇ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਵਸਦੇ ਨੇ ਇਹ ਤੋਂ ਵੀ ਬਹੁਤ ਘੱਟ ਲੋਕ ਨੇ ਜਿਹੜੇ ਇਜ਼ਰਾਈਲ ਦੇ ਵਿੱਚ। 85 लाख लोग इस्राएल में हैं। ਸਿਰਫ 85 ਲੱਖ ਲੋਕ ਹੀ ਇਜ਼ਰਾਈਲ ਦੇ ਵਿੱਚ। सारे दुनिया इस्राएल के खिलाफ युद्ध करने जाएगा तो भी नहीं जीत ਤੇ पाओगे, ਜੇ ਇਜ਼ਰਾਈਲ ਦੇ ਵਿਰੋਧ 'ਚ ਸਾਰੀ ਦੁਨੀਆ ਵੀ ਲੜਨ ਜਾਊਗੀ ਤਾਂ ਵੀ ਨਹੀਂ ਜਿੱਤੇਗੀ। क्योंकि इस्राएलियों को पास इतनी दिमाग है, समझ है, उससे बढ़कर परमेश्वर यहोवा उनके साथ है। ਅਤੇ ਪਹਿਲੀ ਗੱਲ ਤਾਂ ਕਿ ਇਜ਼ਰਾਈਲੀਆਂ ਕੋਲੇ ਬਹੁਤ ਜ਼ਿਆਦਾ ਦਿਮਾਗ ਹੈ ਤੇ ਬਹੁਤ ਜ਼ਿਆਦਾ ਸਮਝ ਹੈ ਤੇ ਦੂਸਰੀ ਗੱਲ ਜੋ ਮੇਨ ਹੈ ਉਹ ਇਹ ਹੈ ਕਿ ਯਹੋਵਾ ਪਰਮੇਸ਼ਰ ਉਹਨਾਂ ਦੇ ਨਾਲ ਹੈ। फालस्तीन देश ने 3,500 मिसाइल और छोड़ते और इस्राएल में नहीं गिरा है, आसमान में उसको खत्म करते रहे। ਅਤੇ ਫਲਸਤੀ ਦੇਸ਼ ਨੇ ਜਦੋਂ 3,500 ਮਿਸਾਈਲਾਂ ਜਿਹੜੀਆਂ ਸੀ ਇਜ਼ਰਾਈਲ ਦੇਸ਼ ਦੇ ਉੱਤੇ ਛੱਡੀਆਂ ਤੇ ਤਾਂ ਕਿ ਉਹਨੂੰ ਤਬਾਹ ਕਰ ਸਕੇ ਪਰ ਉਹ ਇੱਕ ਵੀ ਉਹਨਾਂ ਨੇ ਡਿੱਗਣ ਨਹੀਂ ਦਿੱਤੀ। ਉਹ ਰਸਤੇ ਦੇ ਵਿੱਚ ਉਸਨੇ ਅਸਮਾਨ ਦੇ ਵਿੱਚ ਵੀ ਉਹਨਾਂ ਨੂੰ ਖਾਤਮਾ ਕਰ ਦਿੱਤਾ क्योंकि परमेश्वर खुद उनके लिए युद्ध करते ਕਿਉਂਕਿ हैं ਪ੍ਰਭੂ ਉਹਨਾਂ ਲਈ ਖੁਦ ਲੜਾਈ ਲੜਦਾ ਹੈ और वो बड़े आनंद और खुशी में रहने वाले लोग हैं, ਅਤੇ ਬੜੇ ਖੁਸ਼ ਅਤੇ ਆਨੰਦਿਤ ਰਹਿਣ ਵਾਲੇ ਲੋਕ क्योंकि वो परमेश्वर के जन हैं।
क्योंकि वो प्रभु दे लोग ने। लेकिन उनके अंदर एक ही कमी है, यीशु मसीह को उसने उद्धार करने वालों के रूप में स्वीकार नहीं किया। पर उन्होंने एक घाट ये है कि उन्होंने अजे तक यीशु मसीह को मुक्तिदाता के रूप में ग्रहण नहीं किया। उस देश के लिए प्रार्थना करें, यीशु को स्वीकार करें ताकि उनकी आत्मा को छुटकारा हो जाए, उनकी आत्मा की उद्धार हो जाए, स्वर्ग के योग्य हो जाए। उस देश वास्ते आप दुआ करिए ताकि वो लोग यीशु मसीह को आदा मुक्तिदाता ग्रहण कर लेना ते उन्हां दी रूह दा छुटकारा अते मुक्ति हो अब जाए। हमारा शरीर, आत्मा, प्राण तीन के विषय में हमने पढ़े हैं कि अब पवित्र रहना यीशु की आगमन तक। तो हुण आप अपनी रूह जिस्म जान दे विच बारे पढ़ेगा कि अगर यीशु दी आमद तक आप बड़े पाक पवित्र रहना है। यीशु की आगमन तक हमारा शरीर, हमारी आत्मा, हमारा प्राण पवित्र रहना होगा। अते यीशु दी आमद तक साडी रूह जिस्म जान दे बड़े पाक पवित्र रहना होगा। उसके लिए क्या करना है? हम बुराई की बदले बुराई ना करें। ते ओदे लिए आपां की करना, कदे भी बुराई दा पलटा बुराई ना बुराई की जगह पर हम भलाई करना है। बुराई दी थां ते असी भलाई करनी है। नेक्स्ट हम पढ़ा है हम खुशी रहना, आनंदित रहना है। अते दूजी गल आपां पढ़ी है कि आपां सदा खुश ते वधिया खुश रहना है। हमेशा हम आनंदित रहने वाले, सदा खुश रहने वाले होइए, परमेश्वर पर भरोसा रहने वाले, प्रभु दे ते भरोसा रखने वाले होइए। किसी को मौत से डर है? किसी को मौत तो डर लगता है। कोरोना से कितने लोग डरते हैं? कोरोना तो कितने नहीं डरते नहीं, कोई नहीं डरते। कोई नहीं डरता। दुनिया जो जिस पर परमेश्वर नहीं है वो कोरोना से डरते हैं। अते दुनिया जिन्हां कोल प्रभु नहीं है कोरोना वायरस तो डरते नहीं। खुदा के लोग नहीं डरते हैं, प्रभु के लोग नहीं डरते, खुदा के लोगों पर असर नहीं पड़ता है, क्योंकि प्रभु के लोगों ते ओदा कोई वास नहीं चलता। हमारे पड़ोस में एक भाई रहते हैं, एक दिन मुझे कह रहे थे कोरोना यीशु मसीह के लोगों को नहीं आते हैं, यीशु मसीह संभालेंगे। तो साडी गुआंढ दे विच रहने वाले एक भरा ने एक मैनूं ऐसा कहा, कहते कि कोरोना जो मसीह लोगों के उत्ते नहीं आ सकता क्योंकि मसीह यीशु मसीह उस वायरस को उन्हां ते आउण नहीं दिंदा। मैंने बोला बिल्कुल सही बोला है। ते मैं उन्होंने कहा तुसीं बिल्कुल सही आप दिखाओ बठिंडे में कोई मसीह को कोरोना है? तुसीं दसो बठिंडे दे विच किसी मसीह नूं कोरोना? वो चुप रहा, चुप होया, उसको जवाब नहीं थे। ओदे कोल जवाब ही नहीं सी। मैंने बोला हमें कोरोना नहीं आ सकते हैं। ते मैं कहा सानू कोरोना नहीं हो सकता। इन केस आ भी गया है, चलो जी आ भी गया था, जल्दी ठीक हो जाएंगे, वो असि रिकवरी करांगे, जल्दी ठीक हो जाएंगे, जल्दी चंगे हो हम जाएंगे। कह ही नहीं सकता नहीं आ सकते हैं, ये नहीं कह सकते कि आ ही नहीं सकता, क्योंकि वचन कहते हैं धर्मियों पर विपत्तियां तो बहुत आ सकते हैं। जो बाणी च लिखा धर्मियों के उत्ते भी मुश्किलां बहुत आंदियां ने, लेकिन गैर कौम के समान हाय हाय नहीं कहेंगे, पर अन्य जातियां तरह हाय मर के नहीं करांगे, क्योंकि उनकी आशा है यीशु मसीह में छुड़ाने वाले, मुक्त करने वाले। क्योंकि साडी एक उम्मीद है बड़ी यह है कि यीशु सानू आजाद करने वाला, छुटकारा देने वाला इसलिए है। हमारे शरीर, आत्मा, प्राण को हम पवित्र रहने के लिए हम सदा आनंदित रहना अते है। इस करके साडी रूह जिस्म जान नूं पवित्र रखने वास्ते असीं सदा खुश रहना है। बुराई के बदल बुराई नहीं करना, बुराई दा बाटा बुराई ना नहीं उसके करना, बदल में हम भलाई करना, ओदे बदले असीं चंगाई करनी सदा है। आनंदित ते रहना। दूसरी गल सदा खुश रहना है। नेक्स्ट पढ़िए, निरंतर प्रार्थना में लगे रहो, निरंतर प्रार्थना में लगे रहो। सदा दुआ दे विच लगे रहो। पौलुस कहते हैं निरंतर तुम प्रार्थना में लगे रहो, पौलुस कहता सदा तुसीं दुआ करते रहो ताकि लोग निरंतर प्रार्थना में रहने प्रभु वाले के लोग लोग। सदा दुआ करने वाले होण। कई बार हम प्रार्थना भूल जाते कई बार हैं। इसी दुआ करना भूल जाते हैं। आप खुदा की लोगों को ध्यान देना, ये शैतान की बड़े चाल है। अते प्रभु के लोगों ने एक गल दा ध्यान देना, ये शैतान दी बड़ी प्रार्थना चाल से है। हटाने के लिए टीवी हमारे सामने आते अते हैं, दुआ तो हटाउण वास्ते टीवी साडे सामने आऊगा। हमें प्रार्थना से हटाने के लिए मोबाइल हमारा सबके हाथ में है। अते जेड़ा प्रार्थना तो हटाउण लई मोबाइल सदा साडे हाथ च मैं विश्वास करते हैं जितने लोग यहाँ पे बैठे भाई बहन सबके हाथ में स्मार्टफोन है, अते ये विश्वास करते हैं जिन्ने भी इत्थे बैठे सारिਆਂ कोल स्मार्टफोन ने, लेकिन ये आपको आत्मिक जीवन को खत्म ना करे। पर ये ਤੁਹਾਡੇ रूहानी जिंदगी ਨੂੰ खत्म ना करे। मैं अपने जीवन को कंट्रोल कर लिया है। मैं आपकी जिंदगी ਦੇ ਉੱਤੇ काबू पाया। मैं फेसबुक और मैं फोन बहुत कम यूज करते हैं। मैं आपके फोन ਨੂੰ बहुत घट इस्तेमाल करता लोगों को कॉल भी बहुत कम अटेंड करते हैं। लोगों ने फोन भी बहुत ही घट चकदा। क्यों? मुझे मालूम है कई बातें हमसे प्रभु से दूर करने वाली बातें ते हैं। मैं जानता हां कि बहुत सारी गल्लां ने ਜਿਹੜੀਆਂ प्रभु तो सानू वखरा प्रभु दूर से करदी दूर है। करने वाली बातों से हम दूर रहना बहुत जरूरी ये है। प्रभु तो सानू दूर करने वाली गल्लां तो ਅਸੀਂ दूर ही रहना बहुत ਵਧੀਆ ਗੱਲ स्मार्टफोन है। आपके हाथ में तो बहुत अच्छी बात है। जे स्मार्टफोन ਤੁਹਾਡੇ ਕੋਲੇ है तो बहुत चंगी गल है। बहुत महंगे महंगे फोन
फोन रखते हैं, बहुत धन्यवाद करते हैं। ਤੁਸੀਂ ਮਹਿੰਗੇ ਮਹਿੰਗੇ ਫੋਨ ਰੱਖਦੇ ਹੋ, ਬਹੁਤ ਧੰਨਵਾਦ ਕਰਦੇ ਹਾਂ। कोई बुराई नहीं है, ਕੋਈ ਬੁਰਾਈ ਨਹੀਂ ਹੈ, अच्छी बात है, बहुत चंगी गल है। लेकिन वो तुम्हें ठोकर ना खाए, ਪਰ ਉਹਦੇ ਕਰਕੇ ਤੁਸੀਂ ਠੇਡਾ ਨਾ ਖਾਓ, उस फोन के कारण ना ठोकर ना खाए। ਫੋਨ ਦੇ ਕਰਕੇ ਠੇਡਾ ਨਾ ਖਾਓ। और इंटरनेट अच्छे हैं, ਨੈਟ बहुत ਵਧੀਆ ਹੈ, उससे अच्छे अच्छे काम के लिए इस्तेमाल होते ਉਹਨੂੰ हैं, ਚੰਗੇ ਚੰਗੇ ਕੰਮਾਂ ਵਾਸਤੇ ਵਰਤਿਆ ਜਾਂਦਾ ਹੈ, बच्चों को स्टडी के लिए। ਨਿਆਣਿਆਂ ਦੀ ਪੜ੍ਹਾਈ ਵਾਸਤੇ। आपने कोई भी बातें आप सर्च करें, चाहे 2000 साल के पीछे की बातों को आप नेट के थ्रू लाइब्रेरी आपको मिल सकते हैं। ਅਜੇ ਤੁਸੀਂ ਭਾਵੇਂ 2000 ਸਾਲ ਪਹਿਲਾਂ ਬਾਰੇ ਦੀਆਂ ਗੱਲਾਂ ਜੇ ਤੁਸੀਂ ਇੰਟਰਨੈਟ ਦੇ ਉੱਤੇ ਸਰਚ ਮਾਰਦੇ ਹੋ, ਉਹ ਵੀ ਤੁਹਾਨੂੰ ਮਿਲ ਜਾਣਗੀਆਂ। हिस्ट्री ऑफ इस्राइल लिख के देखो, इस्राइल के सारे इतिहास उसमें ਤੇ आएंगे। ਇਜ਼ਰਾਈਲੀਆਂ ਦਾ ਇਤਿਹਾਸ ਲਿਖ ਕੇ ਦੇਖੋ, ਇਜ਼ਰਾਈਲੀਆਂ ਦਾ ਸਾਰਾ ਕੱਚਾ ਚਿੱਠਾ ਉਹਦੇ ਪਿਆ ਹੈ। हमें हिस्ट्री ऑफ इंडिया आप उसमें लिखो, इंडिया की सारा हिस्ट्री आएंगे। ਅਗੇ ਭਾਰਤ ਦੇ ਇਤਿਹਾਸ ਬਾਰੇ ਲਿਖੋਗੇ ਤਾਂ ਭਾਰਤ ਦਾ ਵੀ ਸਾਰਾ ਕੱਚਾ ਚਿੱਠਾ ਉੱਥੇ ਪਿਆ ਹੈ। हमें आप नेट में लिख के आप देख लो, who is the first converted Christian in India, सारे और रिकॉर्ड उसमें आ जाएंगे। ਅਗੇ ਤੁਸੀਂ ਇੰਟਰਨੈਟ ਦੇ ਵਿੱਚ ਸਰਚ ਮਾਰ ਕੇ ਦੇਖੋ ਕਿ ਸਭ ਤੋਂ ਪਹਿਲਾਂ ਮਸੀਹ ਨੂੰ ਕਿਹਨੇ ਭਾਰਤ ਦੇ ਵਿੱਚ ਗ੍ਰਹਿਣ ਕੀਤਾ, ਉਹ ਸਾਰਾ ਉਹਦੇ ਜੋ ਲੇਖਾ ਜੋਖਾ ਸਭ ਆ ਜਾਏਗਾ। अच्छी बातें इंटरनेट में आते हैं, ਬਹੁਤ ਵਧੀਆ ਗੱਲਾਂ ਨੈਟ ਦੇ ਵਿੱਚ ਆਉਂਦੀਆਂ ਨੇ। उसके साथ साथ आपने ध्यान देना, दूसरा एक सिक्के के दूसरा साइड भी है, एक केवल साइड नहीं दूसरा साइड भी है। उसमें अश्लील पिक्चर, गंदगी, भाव, बुराई उस पर है। और आपकी जवान बच्चों और आप लोग बहुत ध्यान देना, शैतान आपको उसमें ठोकना नहीं है। ਅਤੇ ਜਿਸ ਤਰ੍ਹਾਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਉਸੇ ਤਰ੍ਹਾਂ ਹੀ ਉਹਦਾ ਇੱਕ ਦੂਸਰਾ ਪਹਿਲੂ ਇਹ ਵੀ ਹੈ ਕਿ ਉਹਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਗਲਤ ਤਰੀਕੇ ਨਾਲ ਵੀ ਉਸ ਨੂੰ ਯੂਜ਼ ਕੀਤਾ ਜਾਂਦਾ, ਇਸਤੇਮਾਲ ਕੀਤਾ ਜਾਂਦਾ, ਬਹੁਤ ਅਸ਼ਲੀਲ ਕੰਮਾਂ ਦੇ ਵਾਸਤੇ ਜਾਂ ਬਹੁਤ ਹੀ ਗਲਤ ਤਰੀਕੇ ਨਾਲ ਉਸ ਨੂੰ ਇਸਤੇਮਾਲ ਕੀਤਾ ਜਾਂਦਾ। ਇਸ ਕਰਕੇ ਤੁਸੀਂ ਆਪਣੇ ਨਿਆਣਿਆਂ ਤੇ ਵੀ ਬੜਾ ਧਿਆਨ ਦੇਣਾ, ਆਪਣੀ ਜ਼ਿੰਦਗੀ ਤੇ ਵੀ ਧਿਆਨ ਦੇਣਾ, ਕਦੇ ਵੀ ਉਹ ਤੁਹਾਡੇ ਉੱਤੇ ਹਾਵੀ ਨਾ ਹੋਵੇ। जो नशा लेते हैं उससे पूछे, ਜਿਹੜੇ ਨਸ਼ੇ ਕਰਦੇ ਇਹਨਾਂ ਨੂੰ ਪੁੱਛੋ, आपने कैसे नशा शुरू किया? ਤੁਸੀਂ ਨਸ਼ਾ ਕਿਵੇਂ ਸ਼ੁਰੂ ਕੀਤਾ? वो कहेंगे हमने 1 किलो पोस्त हमने कभी नहीं इकट्ठे नहीं खाए, ਉਹ ਕਹਿਣਗੇ 1 ਕਿਲੋ ਪੋਸਟ ਇਕੱਠਾ ਕਦੇ ਨਹੀਂ ਖਾਦਾ, हमने एक बोतल वाइन हमने इकट्ठे नहीं पिया, ਇੱਕ ਬੋਤਲ ਦਾਰੂ ਕਦੇ ਇਕੱਠੀ ਨਹੀਂ ਪੀਤੀ, थोड़ी सी टेस्ट किया था, ਬਸ ਥੋੜਾ ਸਵਾਦ ਲਿਆ ਸੀ, थोड़ी सी टेस्ट किया था। ਥੋੜਾ ਸਵਾਦ ਲਿਆ ਸੀ। मैं एक व्यक्ति को जानता ਮੈਂ हूँ, ਇੱਕ ਬੰਦੇ ਨੂੰ ਜਾਣਦਾ, बहुत अच्छी तरह जानते हैं। ਬਹੁਤ ਚੰਗੇ ਤਰੀਕੇ ਨਾਲ ਜਾਣਦਾ। उसका बाप ने जब वो जन्म लिया है, उसकी मुंह में शराब अपनी इंगली से ड्रॉप उसकी मुंह में जीभ में लगा के दिया। फर्स्ट पानी देने की जगह लोग शेक देते, दूध देते, पता नहीं क्या क्या देते, और उसकी जगह पर शराब की ड्रॉप दे दिया है। ਅਤੇ ਇੱਕ ਬੱਚੇ ਨੇ ਉਹਦੇ ਜਦੋਂ ਬੱਚੇ ਨੇ ਜਨਮ ਲਿਆ ਤਾਂ ਉਸ ਬੱਚੇ ਨੂੰ ਜਦੋਂ ਗੁੜਤੀ ਦੇਣ ਦਾ ਟਾਈਮ ਆਇਆ ਤਾਂ ਉਸਨੇ ਸ਼ਹਿਦ ਨਹੀਂ ਦਿੱਤਾ ਜਾਂ ਕੁਝ ਹੋਰ ਨਹੀਂ ਦਿੱਤਾ, ਉਸਨੇ ਸ਼ਰਾਬ ਦੇ ਵਿੱਚ ਉਂਗਲੀ ਡੁਬੋ ਕੇ ਉਹਨੂੰ ਸ਼ਰਾਬ ਦੀ ਇੱਕ ਬੂੰਦ ਦੇ ਦਿੱਤੀ। आज वो शराब पी के 4 पाँव में चलते हैं। ਅੱਜ ਉਹ ਸ਼ਰਾਬ ਪੀ ਕੇ 4 ਪੈਰਾਂ ਤੇ ਹੋ ਕੇ ਤੁਰਦਾ। उसकी जिंदगी सुबह वो चाय नहीं पीते, दारू ही पीते ਉਹ हैं। ਸਵੇਰੇ ਉੱਠਦਾ ਚਾਹ ਨਹੀਂ ਪੀਂਦਾ, ਸਿੱਧਾ ਦਾਰੂ ਤੇ ਸ਼ੁਰੂ ਕਰਦਾ ਹੈ। और मैं आपसे एक बात कहना चाहता मैं हूँ, ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ। आप अश्लील जो पिक्चर है वो 2 मिनट के लिए देखो, आप दिन रात तो देखते रहेंगे। ਅਤੇ ਤੁਸੀਂ ਕੋਈ ਗਲਤ ਮੂਵੀ ਜਾਂ ਗਲਤ ਫਿਲਮ ਨੂੰ ਕੋਈ 2 ਮਿੰਟ ਵਾਸਤੇ ਵੀ ਦੇਖਦੇ ਹੋ ਤਾਂ ਤੁਸੀਂ ਸਾਰੀ ਰਾਤ ਵੀ ਦੇਖਦੇ ਰਹੋਗੇ। 1 सेकंड काफी है दुष्ट आत्मा आपके अंदर घुसने के लिए। 1 सेकंड बहुत है कि दुष्ट आत्मा ਤੁਹਾਡੇ ਅੰਦਰ ਆ ਜਾਏ। बाप ने 1 ड्रॉप शराब मुंह में डाल के दिया है, उसी समय दुष्ट आत्मा बाप के अंदर से बेटे के अंदर और ट्रांसफॉर्म हो गया है, और बड़े होकर उस बेटे आप चाय नहीं पीते, दूध नहीं पीते, सुबह से रात तक शराब पीते रहते हैं। ਅਤੇ ਜਿਵੇਂ ਉਸ ਬੱਚੇ ਨੂੰ ਜੋ ਪਹਿਲੀ ਗੁੜਤੀ ਦਿੱਤੀ ਗਈ ਤਾਂ ਉਹ दारू ਦੀ ਦਿੱਤੀ ਗਈ, ਇਸ ਤਰ੍ਹਾਂ ਦੀ ਜਿਹੜੀ ਉਹ ਦੁਸ਼ਟ ਆਤਮਾ ਦੇ ਬਾਪ ਦੇ ਅੰਦਰ ਸੀ ਉਹ ਸਿੱਧੀ ਨਿਕਲ ਕੇ ਉਸ ਬੱਚੇ ਦੇ ਅੰਦਰ ਚਲੀ ਗਈ, ਤੇ ਹੁਣ ਉਹ ਬੱਚਾ ਨਾ ਚਾਹ ਪੀਂਦਾ, ਨਾ ਦੁੱਧ ਪੀਂਦਾ, ਨਾ ਕੁਝ ਹੋਰ ਪੀਂਦਾ, ਸਿੱਧਾ ਸ਼ਰਾਬ ਤੋਂ ਸ਼ੁਰੂ ਕਰਦਾ, ਸ਼ਰਾਬ ਤੇ ਖਤਮ ਕਰਦਾ ਹੈ। आप चोरों को विषय में पढ़े, ਚੋਰਾਂ ਦੇ ਵਿਖੇ ਪੜੋ, बैंक लूटने वाले, ਬੈਂਕ ਲੁੱਟਣ ਵਾਲੇ, और इस चोर लोग शुरू में इस तरह काम नहीं किया ਇਹ है। ਚੋਰਾਂ ਨੇ ਜੋ ਵੱਡੀਆਂ ਚੋਰੀਆਂ ਸ਼ੁਰੂ ਤੋਂ ਨਹੀਂ ਕੀਤੀਆਂ। ये सड़क के साइडों में जो किनारे पर जो मिशंस हैं और बड़े बड़े मिशन हैं या गाड़ियां खड़ी हैं, उनकी नट बोल्ट खोल कर ले जाके बेचते थे। ਅਤੇ ਇਹ ਲੋਕ ਸ਼ੁਰੂਆਤ ਦੇ ਵਿੱਚ ਇਦਾਂ ਦੀ ਚੋਰੀ ਕਰਦੇ ਸੀ, ਜਿਹੜੀਆਂ ਜੋ ਵਾਹਨ ਖੜੇ ਹੁੰਦੇ ਹੈਗੇ ਜਾਂ ਜਿਹੜੀ ਵੀ ਗੱਡੀਆਂ ਵਗੈਰਾ ਖੜੀਆਂ ਹੁੰਦੀਆਂ ਉਹਨਾਂ ਨਟ ਬੋਲਟ ਖੋਲ ਕੇ ਉਹ ਵੇਚਦੇ ਆ। या पहले जब बच्चे थे सिक्का चोरी करते थे, ਸਭ ਤੋਂ ਪਹਿਲਾਂ ਉਹ ਜਿਹੜੇ ਸਿੱਕੇ ਚਿੱਲੜ ਇਕੱਠੇ ਕਰਕੇ उसके ਚੋਰੀ बाद ਕਰਦੇ, में बड़े नोट चोरी करने ਫਿਰ ਵੱਡਾ लग ਨੋਟ जाएंगे, ਚੋਰੀ ਕੀਤਾ, फिर पूरा देश को लूटने लग ਫਿਰ जाएंगे। ਤਾਂ ਦੇਸ਼ ਹੀ ਲੁੱਟਣਾ ਸ਼ੁਰੂ ਕਰ ਦੇਣਗੇ। छोटी सी जो
जो शुरुआत है वो बड़े हो जाते हैं। निक्की जिहड़ी शुरुआत बहुत वड्डी बन जाती है। इसलिए हमारा शरीर, हमारे आत्मा और प्राण को पवित्र रहने के लिए इन बातों से हम दूर रहना जरूरी है। इस करके साडी रूह ते जिस्म जान नू पवित्र ते पाक रखने वास्ते इन्हां गल्लां तो वखरे रहना बहुत ज्यादा जरूरी है। आपकी प्रार्थना का जीवन से, प्रार्थना की लाइफ से, प्रार्थना से आपको हटाने वाले, दूर करने वाले बहुत सारी बातें हमारे सामने आएंगे। इन सब बातों से हम दूर रहना अते तुहानू दुआ तो वखरा करने वास्ते ते दुआ दे विरोध दे विच रखण दे लई बहुत सारीਆਂ गल्लां तुहाडे सामने आउणगीਆਂ, तुहाडी जिंदगी च आउणगीਆਂ। तुसीं इन्हां गल्लां तो वखरे दूर रहना है। कई लोग सुबह से लेकर सोने तक टीवी के सामने हैं। कई लोग सवेर तो लेके सौण तक टीवी दे मूहरे ने। सीरियल पिक्चर इन पर ध्यान होते हैं। अते फिल्म देख ली, कदे नाटक देख लिया, कदे फिल्म देख ली, कदे नाटक देख लिया, इदां दे काम करदे ने। रात को सोते समय, रात में सौण दे वेले ये इस तरह सोचेंगे, एवें सोचदे हैं सुबह से लेकर शाम तक हमने क्या किया। सवेर तो लेके रात तक बीते की है। समय वेस्ट हो गई। वेला खराब होया। एक टीवी ने उसकी पिक्चर देखने की इच्छा है, आपका समय बर्बाद किया। परमेश्वर के साथ समय बीतने के समय आपको इन चीजों ने लूट लिया है। अते टीवी ने जिहड़ा वेला तुहाडा खराब कर दित्ता ते प्रभु दे नाल वेला बिताउण दे वेले नूं उसने खराब कर दित्ता है। इसलिए मैं आपसे एक बात कहना चाहता हूं, जब दोस्तों को चुनते हैं, अच्छी दोस्तों को चुनना है, जो जिससे आप दोस्ती करने से आपका आत्मिक उन्नति आ जाती है। अते तुहानूं मैं एक गल दसना चाहुंदा कि जदों तुसीं कोई मित्र बनाने तो उस गल दे विच बड़े सुचेत होके मित्रता पानी है, ताकि ओहो जे दोस्तां नाल, ओहो जे लोकां नाल मित्रता रखनी है जेड़े तुहानूं रूहानी पक्षों आगे बढ़ा सकण। मुझे कोई भी व्यक्ति फोन करके इधर उधर की बातें नहीं करते। मैनूं कोई भी फोन करके इधर उधर दी जबड़ियां नहीं मारता। ना मेरी पत्नी से बात ना करेंगे। प्रभु दी दासी नाल कोई इदां पता नहीं लोग डरते हैं, लोग डरते हैं, पता नहीं क्यों, किस बात है, पता नहीं केड़ी गल है। सिर्फ मतलब और जरूर की बात करते हैं, फोन बंद। अते बस मतलब दी या ਜਿਹੜੀ जरूरी गल हुंदी है वो गल करदे ने, उस या बाद प्रार्थना करते हैं, प्रार्थना की एक फोन बंद। फोन करनगे, प्रार्थना कराउणगे, उस बाद फोन कर ये कैसे, वो कैसे, इसकी उसके बारे में बात करने के लिए हमारे पास समय नहीं है। ਇਹਦਾ ਕੀ ਹਾਲ ਹੈ, ਉਹਦਾ ਕੀ ਹਾਲ, ਉਹ ਕੀ ਕਰਦਾ ਇਹ ਗੱਲਾਂ ਦੱਸਣਾ ना ਤੇ तो ਸਾਡੇ हम ਕੋਲ कभी करेंगे। करेंगे, ना कभी कोई करना कोशिश करना है। ਅਤੇ ਨਾ ਹੀ ਤਾਂ ਅਸੀਂ ਇਦਾਂ ਕਰਾਂਗੇ ਤੇ ਨਾ ਹੀ ਕੋਈ ਇਦਾਂ ਦੀ ਕੋਸ਼ਿਸ਼ ਕਰੋ। क्योंकि बाइबल कहते हैं सदा तो प्रार्थना करने ਤੇ वाले ਬਾਣੀ 'ਚ हो। ਲਿਖਿਆ ਤੁਸੀਂ ਸਦਾ ਦੁਆ ਕਰਨ ਵਾਲੇ ਬਣੋ। पहले बुराई की जगह पर बुराई ना करें, बुराई ਦਾ ਪਲਟਾ बुराई ਨਾਲ ਨਾ ਲਓ। हम भलाई करने वाले हो, वो चंगा करना होने वाले सदा हो, आनंदित रहने सदा वाले हो। खुश रहने वाले होइए। और आगे हमने देखा आप सदा प्रार्थना करने वाले ਅਤੇ हो। तीसरी गल ਆਪਾਂ देखी कि हमेशा दुआ करने वाले होइए। वचन में कहते हैं, यीशु कहते हैं तुम जागते रहो, प्रार्थना करते रहो, ताकि तुम आजमाइशों में ना आए। ਅਤੇ ਬਾਣੀ ਦੇ ਵਿੱਚ ਲਿਖਿਆ ਯੀਸ਼ੂ ਸਾਨੂੰ ਇਹ ਗੱਲ ਕਹਿੰਦੇ ਤੁਸੀਂ ਜਾਗਦੇ ਰਹੋ, ਦੁਆ ਕਰਦੇ ਰਹੋ, ਤਾਂ ਕਿ ਤੁਸੀਂ ਪ੍ਰੀਖਿਆ ਦੇ ਵਿੱਚ ਨਾ ਪੈ तुम ਜਾਓ। परीक्षा में नहीं आने इसलिए तुम प्रार्थना करते ਤੇ रहो। ਤੁਸੀਂ ਅਜਮਾਇਸ਼ਾਂ 'ਚ ਨਾ ਪੈ ਜਾਓ, ਇਸ ਕਰਕੇ ਦੁਆ ਕਰਦੇ ਰਹੋ। प्रार्थना में परमेश्वर के साथ हमें मिला देते हैं। ਅਤੇ ਦੁਆ ਕਰਦੇ ਤਾਂ ਪ੍ਰਭੂ ਦੇ ਨਾਲ ਸਾਡੀ ਮੁਲਾਕਾਤ ਮੇਲ ਮਿਲਾਪ ਹੋ प्रार्थना ਜਾਂਦਾ करने वालों के ऊपर परमेश्वर के हाथ रहते हैं। ਤੇ ਜਿਹੜਾ ਦੁਆ ਕਰਦਾ ਉਹਦੇ ਉੱਤੇ ਪ੍ਰਭੂ ਦਾ ਹੱਥ ਬਣਿਆ ਰਹਿੰਦਾ ਹੈ। यदि आप 10 घंटे प्रार्थना करने वाले, 10 घंटे भी प्रभु का हाथ आपके ऊपर ਤੇ रहेगा। ਜੇ ਤੁਸੀਂ 10 ਘੰਟੇ ਦੁਆ ਕਰਦੇ ਹੋ ਤਾਂ 10 ਘੰਟੇ ਹੀ ਪਰਮੇਸ਼ਰ ਦਾ ਹੱਥ ਤੁਹਾਡੇ ਤੇ यदि ਹੋਊਗਾ। आप 1 घंटे प्रार्थना करने वाले, 1 घंटे भी प्रभु का हाथ आपके ऊपर ਜੇ रहेगा। 1 ਘੰਟਾ ਦੁਆ ਕਰਨ ਵਾਲੇ ਤਾਂ 1 ਘੰਟਾ ਪ੍ਰਭੂ ਦਾ ਹੱਥ ਤੁਹਾਡੇ ਤੇ ਬਣਿਆ यदि ਰਹੂਗਾ। आप 5 मिनट प्रार्थना करने वाले हो, 5 मिनट प्रभु का हाथ आपके ऊपर ਜੇ रहेगा। ਤੁਸੀਂ 5 ਮਿੰਟ ਹੀ ਦੁਆ ਕਰਦੇ ਹੋ ਤਾਂ 5 ਮਿੰਟ ਤੱਕ ਪ੍ਰਭੂ ਦਾ ਹੱਥ ਤੁਹਾਡੇ ਤੇ ਬਣਿਆ यदि ਰਹੂਗਾ। आप प्रार्थना करने वाला नहीं है तो प्रभु के हाथ भी आपके ऊपर नहीं ਤੇ ਜੇ होगा। ਤੁਸੀਂ ਦੁਆ ਹੀ ਨਹੀਂ ਕਰਦੇ ਤਾਂ ਪ੍ਰਭੂ ਦਾ ਹੱਥ ਵੀ ਤੁਹਾਡੇ ਤੇ ਨਹੀਂ ਹੈ। इसलिए हमारे जीवन के द्वारा आश्चर्य कर्म नहीं होते हैं। ਇਸ ਕਰਕੇ ਸਾਡੀ ਜ਼ਿੰਦਗੀ ਦੇ ਦੁਆਰਾ ਮੌਜਜ਼ੇ ਚਮਤਕਾਰ ਨਹੀਂ ਹੁੰਦੇ। प्रार्थना किसी को दिखाने के लिए नहीं ਦੁਆ करना, ਕਿਸੇ ਨੂੰ ਦਿਖਾਉਣ ਵਾਸਤੇ ਨਾ ਕਰੋ। पास्टर सिस्टर फोर्स करने से नहीं ਤੇ करना, ਫਾਦਰੀ भैन जी ਸਾਨੂੰ ਧੱਕਾ ਲਾ ਦੇਣ ਇਸ ਕਰਕੇ ਨਾ ਕਰੋ। किसी से धक्के से करने वाला चीज नहीं है ਤੇ प्रार्थना। ਧੱਕਾ ਲਾ ਕੇ ਕਰਾਈ ਜਾਵੇ ਇਦਾਂ ਦੀ ਚੀਜ਼ ਨਹੀਂ ਹੈ ਦੁਆ। हमारे हृदय के अंदर से, हमारे अंदर भूख और प्यास चाहिए, हम प्रार्थना करने वाले हो, मैं प्रभु की संग रहने वाले ਅਤੇ हो। ਸਾਡੇ ਦਿਲ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਭੁੱਖ ਪਿਆਸ ਚਾਹੀਦੀ ਹੈ ਕਿ ਅਸੀਂ ਦੁਆ ਕਰਨ ਵਾਲੇ ਹੋਈਏ, ਅਸੀਂ ਪ੍ਰਭੂ ਦੇ ਵਿੱਚ ਵਧਣ ਵਾਲੇ ਹੋਈਏ। आप सदा प्रार्थना करने वाले ਅਸੀਂ हो। ਹਮੇਸ਼ਾ ਦੁਆ ਕਰਨ ਵਾਲੇ ਹੋਈਏ। आगे बढ़े, हर बात में धन्यवाद करो। हर बातों में तुम धन्यवाद करो।
हर बातों में धन्यवाद करो। हर गल च प्रभु दा धन्नवाद करो। हम कितनी बातों में धन्यवाद करते हैं? कितनी गल्लां च आपां धन्नवाद करते हैं? प्रभु को धन्यवाद करना। प्रभु दा धन्नवाद करना। थैंक यू जीसस। धन्नवाद यीशु। थैंक यू जीसस। धन्नवाद यीशु। थैंक यू होली स्पिरिट। धन्नवाद पवित्र आत्मा। थैंक यू गॉड। धन्नवाद हम परमेश्वर। परमेश्वर को धन्यवाद करने से वाले प्रभु दा हैं। धन्नवाद करिए। परमेश्वर ने आपको क्या नहीं दिया है? प्रभु ने तुहानू की नहीं दिता? आप लोग बीमार लोग जिसकी ऑक्सीजन की कमी है, ब्लड में ऑक्सीजन की कमी है, वो ऑक्सीजन मूल लेते हैं। सोमाली में कितनी महंगी है ऑक्सीजन। ਅਤੇ ਜਿਨ੍ਹਾਂ ਨੂੰ ਆਕਸੀਜਨ ਦੀ ਘਾਟ ਹੈ ਉਹ ਲੋਕ ਆਕਸੀਜਨ ਨੂੰ ਮੁੱਲ ਖਰੀਦਦੇ ਨੇ ਕਿਉਂਕਿ ਉਹ ਉਹਦਾ ਮੁੱਲ ਜਾਣਦੇ ਨੇ ਕਿ ਉਹ ਕਿੰਨੀ ਜ਼ਿਆਦਾ ਜ਼ਰੂਰੀ ਹੈ ਤੇ ਬਹੁਮੁੱਲੇ ਹੈ। ऑक्सीजन अवेलेबल भी नहीं है। ਹੁਣ ਤਾਂ ਆਕਸੀਜਨ ਮਿਲਦੀ ਵੀ ਨਹੀਂ ਹੈ। ऑक्सीजन के बिना लोग मर रहे हैं। ਬਿਨਾਂ ਆਕਸੀਜਨ ਤੋਂ ਲੋਕ ਮਰ ਰਹੇ ਨੇ। हॉस्पिटल कहीं खाली नहीं है। ਹਸਪਤਾਲ ਵੀ ਵਿਹਲੇ ਨਹੀਂ ਹੈ। सारे बेड भरा हुआ है। ਤੇ ਹਸਪਤਾਲਾਂ ਸਾਰੇ ਬੈੱਡ अभी ਬਿਸਤਰੇ ਭਰੇ हमारा ਨੇ। देश में हॉस्पिटल की कमी है। ਤੇ ਹੁਣ ਸਾਡੇ ਦੇਸ਼ ਦੇ ਵਿੱਚ ਹਸਪਤਾਲਾਂ ਦੀ ਘਾਟ ਹੈ। हमें मूर्ति को कोई कमी नहीं है ਮੂਰਤਾਂ ਦੀ ਕੋਈ ਘਾਟ ਨਹੀਂ। और किसी चीज की कोई कमी ਹੋਰ नहीं है, ਚੀਜ਼ ਦੀ ਘਾਟ ਨਹੀਂ। लेकिन हमें सुविधा की कमी है। ਪਰ ਸਾਨੂੰ ਸਹੂਲਤਾਂ ਦੀ ਘਾਟ ਹੈ। ये हमारा देश की एक मूर्खता है। ਇਹ ਸਾਡੇ ਦੇਸ਼ ਦੀ ਇੱਕ ਬਹੁਤ ਮੂਰਖਤਾ ਭਰੀ ਗੱਲ ਹੈ। अरबों रुपए खर्च करके हमने मूर्ति को खड़े किया है, लेकिन उतनी पैसे में यदि हम एक 4 हॉस्पिटल बनाएगा तो हजारों लोगों को इलाज के लिए वो सुविधा हो जाते हैं। ਅਰਬਾਂ ਰੁਪਏ ਇਕੱਠੇ ਕਰਕੇ ਤੇ ਅਰਬਾਂ ਦਾ ਖਰਚਾ ਕਰਕੇ ਇੱਕ ਮੂਰਤ ਬਣਾ ਦਿੱਤੀ, ਪਰ ਜੇ ਉਹਦੀ ਥਾਂ ਤੇ ਹਸਪਤਾਲ ਬਣਾਏ ਜਾਂਦੇ ਤਾਂ ਕਿੰਨੀਆਂ ਜਾਨਾਂ ਬਚ ਸਕਦੀਆਂ ਸੀ। देश के प्रशासन के लिए प्रार्थना करो, अच्छा लीडर हमारा देश में राज्य करे। ਅਤੇ ਦੇਸ਼ ਦੇ ਪ੍ਰਸ਼ਾਸਨ ਵਾਸਤੇ ਦੁਆ ਕਰੋ ਤਾਂ ਕਿ ਚੰਗਾ ਅਗਵਾ ਸਾਡੀ ਅਗਵਾਈ ਕਰੇ, क्योंकि लोगों को अच्छी सुविधा मिले। ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣ। अब बाहर देश हमारे इंडिया को हेल्प कर रहे ਅਤੇ हैं। ਬਾਹਰਲੇ ਦੇਸ਼ ਸਾਡੇ ਭਾਰਤ ਦੇਸ਼ ਦੇ ਮਦਦ ਕਰ आप ਰਹੇ ਨੇ। देश के अधिकारियों के लिए प्रार्थना करें और साधारण लोगों को, गरीब लोगों को वो धन संपत्ति जो बाहर से आ रहे वो मिल जाए, इलाज मिल जाए और गरीब लोगों को मिल जाए। ये बड़े लोग, अधिकारी लोग वो खत्म ना करें, वो ना खाएं और परमेश्वर की उस पर महिमा हो ਅਤੇ जाए। ਭਾਰਤ ਦੇ ਅਗਵਾ ਵਾਸਤੇ ਤੁਸੀਂ ਦੁਆ ਕਰੋ ਤਾਂ ਕਿ ਜਿਹੜੇ ਵੀ ਬਾਹਰੋਂ ਲੋਕ ਮਦਦ ਭੇਜ ਰਹੇ ਨੇ ਉਹ ਗਰੀਬ ਜਨਤਾ ਤੱਕ ਪਹੁੰਚ ਸਕੇ ਤੇ ਕੋਈ ਵੀ ਉਹਦੇ ਵਿੱਚ ਲੁੱਟ ਖੋਹ ਨਾ ਕਰ ਸਕੇ, ਠੱਗੀ ਠੋਰੀ ਨਾ ਮਾਰ ਸਕੇ ਅਤੇ ਕੋਈ ਵੀ ਇਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਪਲਾ ਨਾ ਹੋਣ ਦੇ ਲਈ हर ਦੁਆ बातों ਕਰਦੇ में ਰਹੋ। हम परमेश्वर को धन्यवाद हर करें। गल च प्रभु का धन्यवाद करिए। परमेश्वर ने आपको अच्छी सुविधा दी, उसके लिए प्रभु ने धन्यवाद चंगी करो। सहूलतां दी, धन्यवाद करो। भोजन दिया, धन्यवाद करो। चंगा भोजन दिता, कपड़े धन्यवाद दिए, करो। धन्यवाद करो। रिवाज चंगे दिते, धन्यवाद करो। घर दे दिया, धन्यवाद घर दे करो। दिता, धन्यवाद करो। लोग ऑक्सीजन के पीछे भाग रहे हैं, लोग इन चीजों के पीछे भज रहे ने, लेकिन आपको फ्री ऑक्सीजन मिल रहे, प्रभु को धन्यवाद पर करो। तुहानू फ्री दे विच ऑक्सीजन मिलदी है, तुसीं धन्यवाद करो। आपकी जिंदगी सारी आपने ऑक्सीजन फ्री ले लिया, पता कि इसकी कीमत जोड़ो कितने की ऑक्सीजन होगा। ਅਤੇ ਹੁਣ तक जिन्नी भी ਆਪਾਂ ਆਕਸੀਜਨ ਵਰਤ ਲਈ ਹੈ, ਜੇਕਰ ਆਪਾਂ ਕੀਮਤ ਜੋੜੀਏ ਪਤਾ ਕਿੰਨੇ ਦੀ ਬਣੂਗੀ? कई करोड़ों के हिसाब से ऑक्सीजन आपने फ्री ले लिया है। ਅਤੇ ਬਾਈ ਕਰੋੜਾਂ ਦੇ ਹਿਸਾਬ ਦੇ ਨਾਲ ਹੀ ਆਕਸੀਜਨ ਨੂੰ ਆਪਾਂ ਫ੍ਰੀ 'ਚ ਖਾ ਕੇ ਬੈਠੇ ਹਾਂ। आपने फ्री ले लिया है। ਫ੍ਰੀ 'ਚ ਮੁਫਤ 'ਚ ਲੈ ਲਿਆ। परमेश्वर को धन्यवाद ਪ੍ਰਭੂ करो। ਦਾ ਧੰਨਵਾਦ ਕਰੋ। निरंतर परमेश्वर को धन्यवाद करने सदा वाले। प्रभु का धन्यवाद करने वाले। निरंतर हम प्रभु को धन्यवाद करना सदा है। सी प्रभु का जब हम धन्यवाद प्रभु करना। को धन्यवाद करें, प्रभु हमसे खुश हो जब जाएंगे। प्रभु का धन्यवाद करेंगे प्रभु साथ तो खुश हो जाएगा। हम अभी 5 पॉइंट हमने देखा है। पांच गल्लां ਆਪਾਂ हजे तक देखी हैं। नंबर 1, बुराई की जगह पर बुराई ना करें। बुरा करने के बदले बुरा ना करो। हम भलाई करने वाले ਅਸੀਂ हों। ਚੰਗਾ ਕਰਨ ਵਾਲੇ ਹੋਈਏ। हम आनंदित रहने ਅਸੀਂ वाले ਤੀਜੀ हों। ਗੱਲ ਖੁਸ਼ ਰਹਿਣ ਵਾਲੇ ਹੋਈਏ। निरंतर प्रार्थना करने वाले चौथी हों। गल दुआ करने वाले होइए। हमेशा धन्यवाद करने वाले सदा हों। धन्यवाद करने वाले होइए। आगे लिखा है, यही है परमेश्वर का इच्छा आपके प्रति। ਅਤੇ ਇਹੀ ਲਿਖਿਆ ਅੱਗੇ ਇਹ ਲਿਖਿਆ ਕਿ ਮਸੀਹ ਯੀशु ਦੇ ਵਿੱਚ ਪਰਮੇਸ਼ਰ ਦੀ ਤੁਹਾਡੀ ਇਹੀ ਇੱਛਾ ਹੈ। बड़ी क्योंकि तुम्हारे लिए मसीह यीशु में परमेश्वर की यही इच्छा है। यही परमेश्वर की इच्छा आपके प्रति जो है, परमेश्वर की इच्छा यही है। ਅਤੇ ਤੁਹਾਡੇ ਪ੍ਰਤੀ ਜਿਹੜੀ ਪਰਮੇਸ਼ਰ ਦੀ ਮਰਜ਼ੀ ਇਹੀ ਹੈ। थिस्सलुनीकियों कलीसिया के लिए पौलुस कहते हैं, तुम्हारे लिए परमेश्वर की इच्छा यही है। ਇਹ ਪੌਲੁਸ ਜੋ ਥਿਸਲੋਨੀਕੀਆਂ ਦੀ ਸੰਗਤ ਨੂੰ ਇਹ ਗੱਲ ਕਹਿੰਦਾ ਹੈ ਕਿ ਤੁਹਾਡੀ ਖਾਤਰ ਪਰਮੇਸ਼ਰ ਦੀ ਇਹੀ ਮਰਜ਼ੀ ਹੈ। आगे पढ़े। ਆਤਮਾ को ना बुझाओ। आत्मा को ना बुझाओ। ਤੇ ਆਤਮਾ ਨੂੰ ਨਾ बुझाओ। मैं इन बातों में 2 घंटे प्रचार करना चाहते हैं, लेकिन मैं कुछ बातें बताना चाहता हूँ। आत्मा को कभी ना बुझाओ। ਤੇ ਇਹਨਾਂ ਗੱਲਾਂ ਦੇ ਵਿੱਚ ਮੈਂ 2 ਘੰਟੇ ਪ੍ਰਚਾਰ ਕਰਨਾ ਉਪਦੇਸ਼ ਦੇਣਾ ਚਾਹੁੰਦਾ, ਪਰ ਮੈਂ ਕੁਝ ਗੱਲਾਂ ਦੱਸ ਕੇ ਸਮਾਪਤ ਕਰਾਂਗਾ ਕਿ ਤੁਸੀਂ ਰੂਹ ਨੂੰ ਕਦੇ ਦੁਖੀ ਨਾ ਕਰੋ। हिंदी में बहुत अच्छे ट्रांसलेशन लिखा हुआ, आत्मा को ना बुझाओ। ਤੇ ਹਿੰਦੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਕਿ ਆਤਮਾ ਨੂੰ
बुझाओ। पंजाबी में क्या लिखा है? पंजाबी में लिखा है आत्मा को रुकावट ना। हिंदी में बहुत अच्छे ट्रांसलेशन, आत्मा को ना बुझाओ। ਅਤੇ ਹਿੰਦੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਕਿ ਆਤਮਾ ਨੂੰ ਨਾ ਬੁਝਾਓ, ਪਰ ਪੰਜਾਬੀ 'ਚ ਲਿਖਿਆ ਤੁਸੀਂ ਰੁਕਾਵਟ ਨਾ ਪਾਓ ਪਵਿੱਤਰ ਆਤਮਾ ਦੇ ਕੰਮਾਂ 'ਚ। बुझाना की मतलब क्या है? ਬੁਝਾਉਣ ਦਾ ਭਾਵ ਕੀ ਹੈ? आग बुझाना है। ਅੱਗ ਬੁਝਾਉਣਾ। जो मोमबत्ती लगाए तो उसको कहते हैं आग लगाए तो उसको बुझाओ। ਤੇ ਜਿਹੜੀ ਮੋਮਬੱਤੀ ਜਗਾਉਂਦੇ ਜਦੋਂ ਜਗਾਉਣ ਤੋਂ ਬਾਅਦ ਫਿਰ ਜੇ ਕਹਿੰਦੇ ਕਿ ਅੱਗ ਲੱਗ ਰਹੀ ਹੈ ਤਾਂ ਉਹਨੂੰ ਬੁਝਾਓ। आग को कहते हैं बुझाओ। ਅੱਗ ਨੂੰ ਕਹਿੰਦੇ ਬੁਝਾਓ। आत्मा आग है। ਆਤਮਾ ਅੱਗ ਹੈ। पवित्र आत्मा हमारे अंदर एक आग के रूप में है। ਅਤੇ ਪਾਕ ਰੂਹ ਸਾਡੇ ਅੰਦਰ ਇੱਕ ਅੱਗ ਦੇ ਰੂਪ 'ਚ उस आत्मा को ना बुझाओ। ਤੇ ਉਸ ਰੂਹ ਨੂੰ ਨਾ उस ਬੁਝਾਓ। आत्मा को खत्म ना करो। ਉਸ ਰੂਹ ਨੂੰ ਮੁਕਾਓ ਨਾ उस आत्मा को नष्ट ना करो। ਅਤੇ ਉਸ ਆਤਮਾ ਨੂੰ ਰੂਹ ਨੂੰ ਨਾਸ਼ पवित्र ਨਾ ਕਰੋ। आत्मा को नष्ट ना करो। ਪਾਕ ਰੂਹ ਨੂੰ ਨਾਸ਼ ਨਾ ਕਰੋ पवित्र आत्मा को हिंड्रेंस ना करो। ਅਤੇ ਪਾਕ ਰੂਹ ਨੂੰ ਤੁਸੀਂ ਆਦਰ पवित्र ਬੁਝਾਓ ਨਾ। आत्मा को खेदित ना करो। ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ। पवित्र आत्मा को कभी भी दुखी ना ਪਾਕ करो। ਰੂਹ ਨੂੰ ਕਦੇ ਦੁਖੀ ਨਾ ਕਰੋ। You should know ਅਤੇ that ਤੁਹਾਨੂੰ ਇਹ ਜਾਣਨਾ ਚਾਹੀਦਾ you ਹੈ are the temple of the Holy ਤੁਸੀਂ Spirit. ਪਵਿੱਤਰ ਆਤਮਾ ਦੇ ਮੰਦਿਰ ਹੋ Therefore, you are not you yourself. ਅਤੇ ਤੁਸੀਂ ਹੁਣ ਆਪਣੇ ਵੀ ਨਹੀਂ ਹੋ You are belong to ਕਿ God. ਤੁਸੀਂ ਪਰਮੇਸ਼ਰ ਤੋਂ ਦਿੱਤੇ ਗਏ You ਹੋ। are the body of Christ. ਤੁਸੀਂ ਮਸੀਹ ਦੀ ਦੇਹ You ਹੋ। are the body of the Holy ਤੁਸੀਂ Spirit. ਪਵਿੱਤਰ ਆਤਮਾ ਦੀ ਦੇਹ ਹੋ। So आत्मा को ना ਤੁਸੀਂ बुझाओ। ਰੂਹ ਨੂੰ ਨਾ ਦੁਖੀ ਕਰੋ आत्मा को तंगी ना ਅਤੇ करो। ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ आत्मा को खेदित ना ਅਤੇ करो। ਪਾਕ ਰੂਹ ਨੂੰ ਕਦੇ ਦੁਖੀ ਨਾ ਕਰੋ। हम सब ये इस बातों को पालन करते समय ਅਸੀਂ ਸਾਰੇ ਇਹ ਗੱਲਾਂ ਨੂੰ ਪਾਲਣ ਕਰਦੇ जो ਵੇਲੇ हमने अभी जो 5-6 पॉइंट देखा है, ਜਿਹੜੇ ਪੰਜ ਆਪਾਂ ਬਿੰਦੂ ਪੜ੍ਹੇ ਨੇ बुराई की जगह पर बुराई नहीं ਬੁਰਾਈ ਦੇ करेगा, ਵਾਂਡਾ ਬੁਰਾਈ ਨਾਲ ਨਹੀਂ ਲੈਣਾ हमेशा भलाई करेंगे, ਸਦਾ ਭਲਾਈ ਕਰਨਾ हमेशा आनंदित रहेंगे, ਸਦਾ ਖੁਸ਼ ਰਵਾਂਗੇ हमेशा प्रार्थना करेंगे, ਦੁਆ ਹਮੇਸ਼ਾ ਕਰਾਂਗੇ हमेशा परमेश्वर को धन्यवाद ਸਦਾ ਪ੍ਰਭੂ करेंगे, ਦਾ ਧੰਨਵਾਦ ਕਰਾਂਗੇ परमेश्वर की इच्छाओं को पूरी ਪ੍ਰਭੂ ਦੀ करेंगे। ਮਰਜ਼ੀ ਪੂਰੀ ਕਰਾਂਗੇ तब आत्मा को हम खुशी रख सकते हैं। ਫਿਰ ਅਸੀਂ ਪਵਿੱਤਰ ਆਤਮਾ ਨੂੰ ਪਾਕ ਰੂਹ ਨੂੰ ਖੁਸ਼ ਰੱਖ ਸਕਦੇ ਹਾਂ। आगे लिखा है ਅੱਗੇ ਲਿਖਿਆ ਹੈ हमारी शरीर, ਅੱਜ ਸਾਡੀ ਦੇਹ आत्मा, रूह प्राण जान यीशु के आगमन तक पवित्र रखो। यीशु दी आमद तक तुसी हालेलुया। यीशु मसीह के आगमन तक तुम पवित्र रहो। यीशु मसीह दी आमद तक तुसी बड़े साफ सुथरे पवित्र बन के शरीर भी, आत्मा भी, प्राण भी। रूह भी, जिस्म भी ते जान भी। शरीर शैतान अटैक करते हैं, आत्मा को और प्राण को भी शैतान अटैक करते हैं। ਅਤੇ ਸਾਡੀ ਰੂਹ ਸਾਡੇ ਦੇਹ ਨੂੰ ਅਤੇ ਸਾਡੀ ਜਾਨ ਦੇ ਉੱਤੇ ਸ਼ੈਤਾਨ ਹੱਲਾ ਬੋਲਦਾ ਹੈ। इस शरीर को कैसे अटैक करते ਉਹ हैं? ਦੇਹ ਦੇ ਉੱਤੇ ਕਿਵੇਂ ਸਾਡੇ ਤੇ ਹੱਲਾ ਬੋਲੇਗਾ? आंखों की इच्छा है, ਅੱਖਾਂ ਦੀਆਂ ਅਭਿਲਾਸ਼ਾਂ, शरीर की इच्छा है, ਦੇਹ ਦੀਆਂ ਅਭਿਲਾਸ਼ਾਵਾਂ, जीव का घमंड है, ਜੀਵਿਕਾ ਦਾ ਕਮਾਂਡ ਹੈ, शरीर की अभिलाषाएं, ਦੇਹ ਦੀਆਂ ਅਭਿਲਾਸ਼ਾਵਾਂ, ये सब हमें प्रभु से दूर करते ਇਹ हैं। ਸਾਰੀਆਂ ਸਾਨੂੰ ਦੇਸ਼ ਪਰਮੇਸ਼ਰ ਤੋਂ ਵੱਖਰੇ ਕਰਦੇ ਹਨ। हमारे प्राण और आत्मा को अशुद्धताई में रखते हैं। ਅਤੇ ਉਹ ਸਾਡੀ ਜਾਨ ਤੇ ਸਾਡੀ ਰੂਹ ਨੂੰ ਜੋ ਹੈ ਅਸ਼ੁੱਧਤਾਈ ਦੇ ਵਿੱਚ ਰੱਖਦੇ ਆ। बाइबल कहते हैं ਬਾਣੀ 'ਚ ਲਿਖਿਆ ਹੈ इच्छाएं गर्भवती होकर पाप को जन्म देते हैं। ਅਤੇ ਲਾਲਸਾਵਾਂ ਗਰਭ ਧਾਰਨ ਕਰਕੇ ਤੇ ਪਾਪ ਨੂੰ ਜਨਮ ਦਿੰਦੀਆਂ ਨੇ। यह हमारे शरीर की अभिलाषा है, वो कंसीव होकर पाप को जन्म देते हैं। ਅਤੇ ਸਾਡੀ ਦੇਹ ਦੀਆਂ ਲਾਲਸਾਵਾਂ ਗਰਭ ਧਾਰਨ ਕਰਕੇ ਪਾਪ ਨੂੰ ਜਨਮ ਦਿੰਦੀਆਂ ਨੇ। पाप मृत्यु को जन्म ਤੇ देते ਜਿਹੜਾ हैं। ਪਾਪ ਹੈ ਉਹ ਮੌਤ ਨੂੰ ਜਨਮ ਦਿੰਦਾ ਹੈ। देखना उसकी शुरुआत कहाँ पे है? ਦੇਖੋ ਦੀ ਸ਼ੁਰੂਆਤ ਕਿੱਥੇ ਹੈ? अभिलाषाएं। ਲਾਲਸਾਵਾਂ अभिलाषा कंसीव हो जाएंगे, ਅਤੇ ਲਾਲਸਾਵਾਂ ਗਰਭ ਧਾਰਨ ਕਰਨਗੀਆਂ, पाप को जन्म देते हैं, ਪਾਪ ਨੂੰ ਜਨਮ ਦਿੰਦੀਆਂ। पाप मौत को लाते ਤੇ हैं। ਪਾਪ ਮੌਤ ਲੈ ਕੇ ਆਉਂਦਾ ਹੈ। बाइबल says ਬਾਈਬਲ 'ਚ the ਲਿਖਿਆ ਹੈ wages of the sin is death. ਅਤੇ ਜਿਹੜੇ ਪਾਪ ਦੀ ਮਜ਼ਦੂਰੀ ਮੌਤ ਹੈ। मौत है मौत है। जो पाप कर रहे ਜਿਹੜਾ हैं, ਪਾਪ ਕਰਦਾ ਹੈ उसकी शरीर भी, आत्मा भी, प्राण को भी वो मौत में ਤੇ लाते ਉਹ ਆਪਣੀ हैं। ਰੂਹ ਜਿਸਮ ਤੇ ਜਾਨ ਨੂੰ ਵੀ ਮ੍ਰਿत्यु ਦੇ ਥੱਲੇ ਲੈ ਆਉਂਦਾ ਹੈ। इसलिए यीशु के आगमन तक हमारा शरीर, आत्मा, प्राण पवित्रताई में संभालना ਇਸ ਕਰਕੇ जरूरी है। ਯੀਸ਼ੂ ਮਸੀਹ ਦੀ ਦੂਜੀ ਆਮਦ ਤੱਕ ਸਾਡੀ ਰੂਹ ਜਿਸਮ ਤੇ ਜਾਨ ਨੂੰ ਅਸੀਂ ਬੜੇ ਪਵਿੱਤਰਤਾ ਹੀ ਸਾਫ ਸੁਥਰਾ ਰੱਖਣਾ ਹੈ। हमारे खुदावंद यीशु जल्दी आने वाले ਸਾਡਾ हैं। ਪ੍ਰਭु ਯੀਸ਼ੂ ਖੁਦਾਵੰਦ ਜਲਦੀ ਆਉਣ यीशु ਵਾਲਾ की है। आगमन हर एक देश की
की बातें बता रहे ਅਤੇ हैं। ਯੀਸ਼ੂ ਮਸੀਹ ਦੇ ਆਗਮਨ ਦੇ ਜਿਹੜੇ ਚਿੰਨ੍ਹ ਹਰ ਦੇਸ਼ ਦੇ ਵਿੱਚ ਪੂਰੇ ਹੋਏ ਨੇ। महामारी यीशु की आगमन की पहचान है। ਮਹਾਮਾਰੀ ਯਿਸੂ ਦੀ ਆਮਦ ਦੀ ਪਛਾਣ ਹੈ। इस्राएल के साथ युद्ध है, यीशु की आगमन की ਇਸਰਾਇਲ ਦੇ ਨਾਲ पहचान है। ਲੜਾਈਆਂ ਲੱਗੀਆਂ, ਇਹ ਯਿਸੂ ਦੀ ਆਮਦ ਦੀ ਪਛਾਣ ਹੈ। इस्राएल वहाँ मंदिर बनाने और इस्राएल मंदिर बनाने की कोशिश कर रहे हैं, ये भी परमेश्वर यीशु की आगमन की पहचान है। ਇਸਰਾਇਲੀ ਉੱਥੇ ਭਵਨ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ, ਇਹ ਪ੍ਰਭੂ ਦੀ ਆਮਦ ਦੀ ਇੱਕ ਪਛਾਣ ਹੈ। गैर कौम की जो जागृति है वो यीशु की आगमन की पहचान ਅਤੇ है। ਗੈਰ ਕੌਮਾਂ ਦੇ ਵਿੱਚ ਇੱਕ ਵੱਡੀ ਜਿਹੜੀ ਜਾਗਰਤੀ ਆਈ ਹੈ, ਯੀਸ਼ੂ ਦੀ ਆਮਦ ਦੀ ਇੱਕ जो ਚਿੰਨ੍ਹ ਹੈ। मसीह में मजबूत है वो पीछे हट रहे, ये भी यीशु की आगमन की पहचान ਤੇ है। ਮਸੀਹ ਦੇ ਵਿੱਚ ਪੱਕੇ ਲੋਕ ਪਿੱਛੇ ਜਾ ਰਹੇ ਨੇ ਕਿ ਇਹ ਇੱਕ ਯੀਸ਼ੂ ਦੀ ਆਮਦ ਦੀ ਇੱਕ ਨਿਸ਼ਾਨੀ ਹੈ। लड़ाई भूचाल और झगड़ा ये सब यीशु की आगमन की पहचान ਤੇ है। ਲੜਾਈਆਂ ਭੁਚਾਲ ਤੇ ਝਗੜੇ ਇਹ ਸਾਰੇ ਯੀਸ਼ੂ ਦੀ ਆਮਦ ਦੇ ਨਿਸ਼ਾਨੀਆਂ ਨੇ। तुम युद्ध के विषय में सुनेंगे यीशु की आगमन की ਤੇ ਤੁਸੀਂ पहचान ਯੁੱਧ है। ਦੀਆਂ, ਤੁਸੀਂ ਲੜਾਈ ਦੀ ਯਾਤਰਾ ਸੁਣੋਗੇ, ਇਹ ਯੀਸ਼ੂ ਦੀ ਆਮਦ ਦੀ ਨਿਸ਼ਾਨੀ ਹੈ। यीशु की आगमन बहुत जल्दी है। ਯੀਸ਼ੂ ਦੀ ਆਮਦ ਬਹੁਤ ਨੇੜੇ ਹੈ। बाइबल कहते हैं वाणी से लिखा है, यीशु आप भी स्वर्ग से ਯੀਸ਼ੂ उतरेगा, ਆਪ ਹੀ स्वर्ग ਤੋਂ ਉਤਰੂਗਾ। प्रधान दूत की तुरी भूखी जाएगी। ਪ੍ਰਧਾਨ ਦਾ ਫਰਿਸ਼ਤਾ ਬਿਗਲ जो ਫੂਕੇਗਾ। मसीह में सोए हैं, ਜਿਹੜੇ ਮਸੀਹ 'ਚ ਸੌਂ जो ਗਏ, मसीह में मरे हैं, ਮਸੀਹ 'ਚ ਮਰ वो ਗਏ, पगली जी ਉਹ उठेंगे। ਪਹਿਲਾਂ ਜ਼ਿੰਦਾ ਹੋ ਜਾਣਗੇ। बाकी मैं और आप जो पवित्र लोग ਪਰ हैं, ਅਸੀਂ ਜਿਹੜੇ ਬਚੇ ਹੋਏ ਅਤੇ ਪਾਕ ਲੋਕ ਹਾਂ, जो शरीर आत्मा प्राण में पवित्र रहते हैं, ਜਿਹੜੇ ਰੂਹ ਜਿਸਮ ਜਾਨ 'ਚ ਪਾਕ ਪਵਿੱਤਰਤਾ 'ਚ ਰਹਿੰਦੇ ਨੇ, वो अपनी शरीर बदलकर महिमा में एक शरीर होकर यीशु के साथ बादलों में चले ਉਹਨਾਂ ਦੀ जाएंगे। ਦੇਹ ਬਦਲ ਕੇ ਉਹ ਇੱਕ ਜਲਾਲੀ ਦੇਹ ਲੈ ਕੇ ਯੀਸ਼ੂ ਦੇ ਨਾਲ ਬੱਦਲਾਂ ਦੇ ਚੱਕੇ ਜਾਣਗੇ। बाइबल कहते हैं तुम इन बातों पर बड़ी आशा और खुशी में रहो। ਅਤੇ ਬਾਣੀ 'ਚ ਲਿਖਿਆ ਤੁਸੀਂ ਇਹਨਾਂ ਗੱਲਾਂ ਦੇ ਪ੍ਰਤੀ ਬੜੇ ਆਸ ਦੇ ਵਿੱਚ ਤੇ ਬੜੀ ਖੁਸ਼ੀ ਦੇ ਵਿੱਚ परमेश्वर के ਰਹੋ। लोगों को आशा यही है, यीशु मसीह की आगमन में हम चले ਅਤੇ जाएंगे। ਪਰਮੇਸ਼ਰ ਦੇ ਲੋਕਾਂ ਦੀ ਇੱਕ ਆਸ ਉਮੀਦ ਇਹੀ ਹੈ ਕਿ ਯੀਸ਼ੂ ਦੀ ਆਮਦ ਵੇਲੇ ਅਸੀਂ ਚਲੇ ਜਾਣਾ ਹੈ। नाशवान वस्तु पर नहीं है हमारा ਖਤਮ ਹੋਣ भरोसा, ਵਾਲੀਆਂ ਚੀਜ਼ਾਂ ਦੇ ਉੱਤੇ ਸਾਡਾ इस ਈਮਾਨ ਨਹੀਂ संसार ਹੈ। पर नहीं है हमारा भरोसा। ਦੁਨੀਆਦਾਰੀ ਦੇ ਉੱਤੇ ਸਾਡਾ ਈਮਾਨ इस ਨਹੀਂ ਹੈ। संसार हमें साथ नहीं ਇਹ देंगे, ਦੁਨੀਆ ਸਾਡੇ ਨਾਲ ਨਹੀਂ ਖੜੂਗੀ। ये संसार हमें कभी भी साथ नहीं ਇਹ ਦੁਨੀਆ देंगे। ਕਦੇ ਸਾਡੇ ਨਾਲ ਨਹੀਂ ये ਖੜਦੀ। संसार हमारे खिलाफ है, ਇਹ ਦੁਨੀਆ ਸਾਡੇ ਵਿਰੋਧ 'ਚ ਹੈ, शैतान के काबू में है। शैतान ਦੇ ਉਹ काबू 'ਚ है। लेकिन परमेश्वर की उपस्थिति में हमारा शरीर प्राण आत्मा हम यीशु की आगमन तक निर्मलता में पवित्रताई में रहना बहुत जरूरी है। ਪਰ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਵੀ ਯੀਸ਼ੂ ਦੀ ਆਮਦ ਤੱਕ ਆਪਣੇ ਰੂਹ ਜਿਸਮ ਜਾਨ ਨੂੰ ਪਵਿੱਤਰਤਾਈ ਦੇ ਵਿੱਚ ਸਾਫ਼ ਸੁਥਰਾ ਬਣਾ ਕੇ ਰੱਖਣਾ ਬਹੁਤ ਲੋੜੀਂਦਾ ਹੈ। स्वर्ग का परमेश्वर आपको इसके लिए मदद स्वर्ग ਦਾ करे। ਪ੍ਰਭੂ ਇਹਦੇ ਲਈ ਤੁਹਾਡੀ ਮਦਦ स्वर्ग का ਕਰੇ। परमेश्वर इसके लिए आपको अनुग्रह स्वर्ग ਦਾ करे। ਪਰਮੇਸ਼ਰ ਦੇ ਲਈ ਤੁਹਾਡੇ ਉੱਤੇ ਕਿਰਪਾ ਕਰੇ। प्रभु इस वचन से आपको आशीष ਪ੍ਰਭੂ ਇਸ दे। ਵਚਨ ਦੇ ਦੁਆਰਾ ਤੁਹਾਨੂੰ God bless you. ਪ੍ਰਭੂ ਤੁਹਾਨੂੰ ਆਸ਼ੀष ਕਰੇ। Thank you. Amen. हम कोयर आगे आ जाएं, हम सभी